ਕਿਤੇ ਕੈਨੇਡਾ ਦੇ ਵਿੱਚ ਲੌਕਡਾਊਨ ਲੱਗਿਆ ਹੋਇਆ, ਕਿਤੇ ਕੈਨੇਡਾ ਦੇ ਵਿੱਚ ਸਖਤ ਤੋਂ ਸਖਤ ਪਾਬੰਦੀਆਂ ਲੱਗੀਆਂ ਹੋਈਆਂ ਨੇ। ਹਾਲਾਤ ਇਹ ਬਿਹਤਰ ਕਿਸ ਤਰ੍ਹਾਂ ਹੋਣਗੇ? ਜਿਹੜੇ ਵੀ ਸਾਡੇ ਹਾਲਾਤ ਨੇ, ਇਸ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਸਾਨੂੰ ਕਰਨਾ ਪੈਣਾ। ਜਿਹੜਾ ਆਉਣ ਵਾਲਾ ਸਮਾਂ 2-3 ਮਹੀਨੇ ਥੋੜ੍ਹਾ ਜਿਹਾ ਹੋਰ ਕੰਮ ਕਰਨਾ ਪੈਣਾ। ਹੋਪਫੁਲੀ ਹੋ ਸਕਦਾ ਵੀ ਇਹ ਹੋ ਸਕਦਾ 2 ਘੰਟੇ ਹੀ ਠੀਕ ਰਹੇ, ਉਸ ਤੋਂ ਬਾਅਦ ਫਿਰ ਬਦਲ ਜੇ। ਜਿਹੜੇ ਕੰਟਰੀਜ਼ ਨੇ ਉਹਨਾਂ ਨੂੰ ਚੰਗੇ ਫੈਸਲੇ ਕਰਨੇ ਪੈਣੇ ਨੇ ਤੇ ਸਰਕਾਰਾਂ ਨੂੰ ਚੰਗੇ ਫੈਸਲੇ ਕਰਨੇ ਪੈਣੇ ਨੇ ਤੇ ਵੇਟ ਨਹੀਂ ਕਰਨਾ ਪੈਣਾ। ਅਸੀਂ ਦੇਖਿਆ ਕਿ BC ਦੇ ਵਿੱਚ ਹੁਣ ਸਕੂਲ ਵੀ ਅੱਗੇ ਪਾ ਦਿੱਤੇ ਗਏ ਨੇ। ਇਕੱਲੇ BC ਦੇ ਵਿੱਚ ਨਹੀਂ, ਪੂਰੇ ਕੈਨੇਡਾ ਦੇ ਵਿੱਚ ਹੀ ਹਾਲਾਤ ਇਦਾਂ ਦੇ ਬਣੇ ਹੋਏ ਨੇ। ਬੜਾ ਮੁਸ਼ਕਲ ਕਹਿਣਾ ਵੀ ਕਿੰਨੀ ਦੇਰ ਤੱਕ ਪਹੁੰਚੇਗਾ, ਉਹ ਡਿਪੈਂਡ ਕਰਦਾ ਕਿ ਸਾਡੇ ਸਾਰਿਆਂ ਦੇ ਵੀ ਅਸੀਂ ਇਹਦੀ ਵੈਕਸੀਨੇਸ਼ਨ ਬਾਰੇ ਸਾਡਾ ਕੀ ਵਿਚਾਰ ਹੈ। ਵਕਤ ਜਿਹੜਾ ਨਾ ਇਹੋ ਹੀ ਆਉਣ ਵਾਲੇ ਸਮੇਂ ਵਿੱਚ ਮੁਸ਼ਕਲ ਟਾਈਮ ਆ ਰਿਹਾ। ਤੁਸੀਂ ਦੇਖ ਰਹੇ ਹੋ ਸਾਂਝਾ TV। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਨਵਾਂ ਸਾਲ ਤੇ ਨਵੇਂ ਸਾਲ ਦੇ ਵਿੱਚ ਪਹਿਲਾ ਇਹ ਹੈਲਥ ਸ਼ੋਅ ਅਸੀਂ ਕਰ ਰਹੇ ਹਾਂ। ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਤੋਂ ਲੱਖ ਵਧਾਈਆਂ। ਪਰ ਜਿੱਥੇ ਅਸੀਂ ਨਵੇਂ ਸਾਲ ਦੇ ਵਿੱਚ ਐਂਟਰ ਹੋਏ ਹਾਂ, ਪਰ ਲੱਗਦਾ ਕਿ ਅਸੀਂ ਉਹ 2019-2020 ਵਾਲੀ ਜਿਹੜੀ ਸਿਚੁਏਸ਼ਨ ਹੈ, ਉਹ ਸਿਚੁਏਸ਼ਨ ਵਿੱਚ ਅਜੇ ਵੀ ਫਸੇ ਹੋਏ ਹਾਂ ਤੇ ਉਹ ਸਿਚੁਏਸ਼ਨ ਲਗਾਤਾਰ ਬਦਲ ਰਹੀ ਹੈ। ਅਸੀਂ ਦੇਖਦੇ ਹਾਂ ਕਿ ਓਮਿਕਰੋਨ ਦੇ ਵੇਰੀਐਂਟ ਦੇ ਕੇਸ ਲਗਾਤਾਰ ਵੱਧ ਰਹੇ ਨੇ। ਵੇਰੀਐਂਟਸ ਜਿੰਨੇ ਵੱਧ ਰਹੇ ਨੇ, ਉਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਓਮਿਕਰੋਨ ਵੇਰੀਐਂਟ ਬਹੁਤ ਘੱਟ ਮਾਰ ਕਰਦਾ ਹੈ। ਬਹੁਤ ਇੰਕਿਊਬੇਸ਼ਨ ਪੀਰੀਅਡ ਇਹਦਾ ਬਹੁਤ ਛੋਟਾ ਹੈ, ਪਰ ਫਿਰ ਵੀ ਕੇਸ ਲਗਾਤਾਰ ਵੱਧ ਰਹੇ ਨੇ। BC ਦੇ ਵਿੱਚ ਅਸੀਂ ਦੇਖਿਆ ਵੀਕਐਂਡ ਦੇ ਉੱਤੇ, ਪਿਛਲੇ ਵੀਕਐਂਡ ਦੇ ਉੱਤੇ 9500 ਤੋਂ ਜ਼ਿਆਦਾ ਕੇਸ 3 ਦਿਨਾਂ ਦੇ ਵਿੱਚ ਰਿਪੋਰਟ ਹੋਇਆ। ਇੱਕ ਦਿਨ ਦੇ ਵਿੱਚ 2000 ਤੋਂ ਉੱਤੇ ਕੇਸ ਰਿਪੋਰਟ ਹੋ ਰਹੇ ਨੇ, 3000 ਤੱਕ ਕੇਸ ਰਿਪੋਰਟ ਹੋ ਰਹੇ ਨੇ। ਕਿਤੇ ਕੈਨੇਡਾ ਦੇ ਵਿੱਚ ਲੌਕਡਾਊਨ ਲੱਗਿਆ ਹੋਇਆ, ਕਿਤੇ ਕੈਨੇਡਾ ਦੇ ਵਿੱਚ ਸਖਤ ਤੋਂ ਸਖਤ ਪਾਬੰਦੀਆਂ ਲੱਗੀਆਂ ਹੋਈਆਂ ਨੇ। ਹਾਲਾਤ ਇਹ ਬਿਹਤਰ ਕਿਸ ਤਰ੍ਹਾਂ ਹੋਣਗੇ? ਅੱਜ ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਸਾਰੇ ਕੈਨੇਡਾ ਦੇ ਵਿੱਚ, ਸਾਡੇ ਸਾਰੇ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਨੌਜਵਾਨਾਂ ਨੂੰ ਲੈ ਕੇ, ਟੀਨਸ ਨੂੰ ਲੈ ਕੇ ਕਿਹੜੀਆਂ ਖਬਰਾਂ ਆ ਰਹੀਆਂ ਨੇ, ਇਹ ਸਭ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਸਾਡਾ ਪਹਿਲਾ ਪ੍ਰੋਗਰਾਮ ਹੈ 2022 ਦਾ, ਤੇ ਕਾਫੀ ਪਿਛਲਾ ਸਾਲ ਤੇ ਬੜਾ ਲੋਕਾਂ ਨੂੰ ਮੁਸ਼ਕਲ ਰਹੀ ਹੈ, ਚੈਲੰਜ ਬੜੇ ਰਹੇ ਨੇ। ਪਰ ਮੈਂ ਸਮਝਦਾ ਵੀ ਚੈਲੰਜਸ ਜਦੋਂ ਆਉਂਦੇ ਨੇ ਫਿਰ ਆਪਰਚੁਨਿਟੀਜ਼ ਵੀ ਆਉਂਦੀਆਂ ਨੇ। ਸਾਨੂੰ ਚਾਹੀਦਾ ਵੀ ਜਿਹੜੇ ਵੀ ਸਾਡੇ ਹਾਲਾਤ ਨੇ, ਇਸ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਸਾਨੂੰ ਕਰਨਾ ਪੈਣਾ। ਜਿਹੜਾ ਆਉਣ ਵਾਲਾ ਸਮਾਂ 2-3 ਮਹੀਨੇ ਥੋੜ੍ਹਾ ਜਿਹਾ ਹੋਰ ਕੰਮ ਕਰਨਾ ਪੈਣਾ। ਤੇ ਜਿਹੜਾ ਆਪਣਾ ਜਿਹੜਾ ਨਾਂ ਹੈ COVID-19, ਮੈਂ ਕਿੰਨੀ ਵਾਰੀ ਕਿਹਾ, ਹੁਣ 19 ਦਾ ਤਾਂ ਕੋਈ ਮਤਲਬ ਨਹੀਂ ਰਹਿ ਗਿਆ, ਕਿਉਂਕਿ ਹੁਣ 22 ਪਹੁੰਚ ਗਿਆ ਆਪਾਂ। ਪਰ ਇਹਦੀਆਂ ਕਾਫੀ ਤਰੀਕੇ ਦੇ ਨਾਲ ਕਾਫੀ ਲੋਕਾਂ ਨੂੰ ਆਪਣੇ ਸਾਰਾ ਨੌਲੇਜ ਇਸ ਬਾਰੇ ਹੈਗੀ ਹੈ। ਜਿਹੜੀ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਪਏ ਆ, ਹੋਪਫੁਲੀ ਹੋ ਸਕਦਾ ਵੀ ਇਹ ਹੋ ਸਕਦਾ 2 ਘੰਟੇ ਹੀ ਠੀਕ ਰਹੇ, ਉਸ ਤੋਂ ਬਾਅਦ ਫਿਰ ਬਦਲ ਜੇ। ਪਰ ਫਿਰ ਵੀ ਜਿਹੜਾ ਨਾ ਮੇਰਾ ਖਿਆਲ ਹੁੰਦਾ ਵੀ ਅਸੀਂ ਹਮੇਸ਼ਾ ਇਨਫੋਰਮੇਸ਼ਨ ਦੇਈਏ ਜਿਹੜੀ ਕਿ ਟਾਈਮਲੀ ਬੇਸਿਸ 'ਤੇ ਹੋਏ। ਪਰ ਜਿਹੜਾ ਓਵਰਆਲ ਜਿਹੜੀਆਂ ਗੱਲਾਂ, ਜਿਹੜੇ ਬੇਸਿਕ ਗੱਲਾਂ, ਉਹ ਨਹੀਂ ਬਦਲੀਆਂ। ਨਾਮ ਬਦਲੇ ਨੇ, ਕਰਤੂਤ ਬਦਲੀ ਹੈ, ਪਰ ਜਿਹੜਾ ਟਰਾਂਸਮਿਸ਼ਨ ਦਾ ਜਿਹੜਾ ਟਾਈਮ, ਜਿਹੜਾ ਮੈਥਡ ਨਹੀਂ ਬਦਲਿਆ। ਉਹਦੀ ਜਿਹੜੀ ਪ੍ਰੀਵੈਂਸ਼ਨ ਦੀਆਂ ਗੱਲਾਂ ਨਹੀਂ ਬਦਲੀਆਂ, ਪਰ ਲੋਕਾਂ ਦਾ ਜਿਹੜਾ ਐਟੀਟਿਊਡ ਉਹ ਬੜਾ ਬਦਲ ਗਿਆ। ਲੋਕਾਂ ਨੂੰ ਇਹਦੇ ਵਿੱਚੋਂ ਸਹਿਣ ਸ਼ਕਤੀ ਵੀ ਵੱਧ ਗਈ ਹੈ। ਲੋਕਾਂ ਨੂੰ ਮਾਨਸਿਕ ਤੌਰ 'ਤੇ ਵੀ ਸਟਰੋਂਗ ਹੋ ਗਏ ਨੇ। ਇਸ ਟਾਈਮ ਦੇ ਵਿੱਚ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਜੇ ਅਸੀਂ ਆਪਣੇ ਆਪ ਨੂੰ ਆਉਣ ਵਾਲੇ ਸਮੇਂ 'ਚੋਂ ਕਿਸੇ ਵੀ ਪੈਂਡੈਮਿਕ 'ਚੋਂ ਬਚਾਉਣਾ, ਤੇ ਜਿਹੜੇ ਕੰਟਰੀਜ਼ ਨੇ ਉਹਨਾਂ ਨੂੰ ਚੰਗੇ ਫੈਸਲੇ ਕਰਨੇ ਪੈਣੇ ਨੇ ਤੇ ਸਰਕਾਰਾਂ ਨੂੰ ਚੰਗੇ ਫੈਸਲੇ ਕਰਨੇ ਪੈਣੇ ਨੇ ਤੇ ਵੇਟ ਨਹੀਂ ਕਰਨਾ ਪੈਣਾ। ਕਿਉਂਕਿ ਸਰਕਾਰਾਂ ਦਾ ਕੰਮ ਹੈ ਵੀ ਜਦੋਂ ਲੋਕ ਉਹਨਾਂ 'ਤੇ ਡਿਪੈਂਡ ਕਰਦੇ ਨੇ, ਉਹ ਕਿਸੇ ਕਾਰਨ ਕਰਕੇ ਕਰਦੇ ਨੇ ਡਿਪੈਂਡ। ਜਿਹੜੀ ਐਮਰਜੈਂਸੀ ਡਿਪਾਰਟਮੈਂਟਸ ਨੇ ਉਹਨਾਂ ਨੂੰ ਬਣਾਉਣ ਦਾ ਕੋਈ ਮਤਲਬ ਹੁੰਦਾ, ਪ੍ਰੀਪੇਅਰਨੈਸ ਕਰਨ ਦਾ ਕੋਈ ਮਤਲਬ ਹੈ। ਤੁਸੀਂ ਹਰ ਚੀਜ਼ ਲਈ ਭੁਚਾਲ ਲਈ ਆਪਾਂ ਪ੍ਰੀਪੇਅਰ ਕਰਨੇ ਆ, ਐਕਸੀਡੈਂਟਸ ਲਈ ਪ੍ਰੀਪੇਅਰ ਕਰਨੇ ਆ, ਆਪਾਂ ਇਹਦੇ ਵਾਸਤੇ ਫਲੱਡਸ ਵਾਸਤੇ ਪ੍ਰੀਪੇਅਰ ਕਰਨੇ ਆ। ਪਰ ਪੈਂਡੈਮਿਕ ਵਾਸਤੇ ਪ੍ਰੈਪਰੇਸ਼ਨ ਬੜੀ ਪੂਅਰ ਸੀ। ਸਾਰੀ ਦੁਨੀਆ ਵਿੱਚ, ਕੈਨੇਡਾ ਵਿੱਚ ਵੀ ਨਹੀਂ ਸੀ ਪੂਰੀ ਐਡੀਕੁਏਟ ਇਨੀਸ਼ੀਅਲੀ, ਪਰ ਹੌਲੀ ਹੌਲੀ ਇਹਨਾਂ ਨੇ ਇੰਪਰੂਵ ਕੀਤਾ। ਤੇ BC ਦੇ ਵਿੱਚ ਵੀ ਸੇਮ ਹਾਲਾਤ ਸੀ। ਸੋ ਸਾਰਿਆਂ ਨੂੰ ਮੈਂ ਅਪਡੇਟ ਤਾਂ ਕੀਤਾ ਕਿਉਂਕਿ ਇਹ ਕਾਮਨ ਗੱਲਾਂ ਨੇ, ਇਹਦੇ ਵਿੱਚੋਂ ਕੋਈ ਕਿਸੇ ਇੱਕ
ਇੱਕ ਕਮਿਊਨਿਟੀ ਜਾਂ ਇੱਕ ਪ੍ਰੋਵਿੰਸ ਜਾਂ ਕੰਟਰੀ ਦੀ ਗੱਲ ਨਹੀਂ ਹੈਗੀ ਜਾਂ ਕੋਈ ਇੱਕ ਪੋਲੀਟੀਕਲ ਪਾਰਟੀ ਦੀ ਗੱਲ ਨਹੀਂ ਹੈਗੀ। ਓਵਰਆਲ ਜਿਹੜੀ ਪ੍ਰੈਪਰੇਸ਼ਨ ਹੈ ਉਹ ਸਾਰਿਆਂ ਨੂੰ ਕਰਨੀ ਪੈਣੀ ਹੈ। ਸਿਆਸਤ ਦੇ ਵਿੱਚ ਜਿਹੜੇ ਲੋਕ ਲੀਡ ਕਰਦੇ ਨੇ ਉਹ ਕਦੀ ਵੀ ਆ ਸਕਦੇ ਨੇ, ਜਾ ਸਕਦੇ ਨੇ, ਪਰ ਜਿਹੜੇ ਲੋਕ ਸਾਇੰਟਿਸਟ ਨੇ ਜਿਹੜੇ ਇਸ ਚੀਜ਼ ਨੂੰ ਡਰਾਈਵ ਕਰਦੇ ਨੇ ਸਾਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਵੈਕਸੀਨੇਸ਼ਨ ਬਾਰੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਤੇ ਮੈਂ ਸਮਝਦਾ ਵੀ ਅੱਜ ਬੜੀ ਵੱਡੀ ਕੈਨੇਡਾ ਵਿੱਚ ਵੀ ਅਨਾਊਂਸਮੈਂਟ ਕੀਤੀ ਹੈ ਉਹਨਾਂ ਨੇ ਵੀ ਅਸੀਂ ਟੈਸਟ ਵਗੈਰਾ ਆਰਡਰ ਕਰਨ ਲੱਗੇ ਹਾਂ 140 ਮਿਲੀਅਨ ਜਿਹੜੇ ਰੈਪਿਡ ਟੈਸਟ। ਸੋ ਕਿਉਂਕਿ ਹੁਣ ਤੁਸੀਂ ਜਿਸ ਤਰ੍ਹਾਂ ਅਸੀਂ BC ਵਿੱਚ ਹਾਂ, ਜੇ ਕਾਫੀ ਲੋਕ ਨੇ ਇਹੋ ਜਿਨ੍ਹਾਂ ਨੂੰ ਆਲਰੇਡੀ COVID-19 ਹੋ ਚੁੱਕਾ ਜਾਂ ਉਹਨਾਂ ਨੂੰ ਇਸ ਸਮੇਂ ਦੇ ਵਿੱਚ ਉਹਦੀ ਵੇਰੀਏਸ਼ਨ ਕਰਕੇ ਮਾਈਲਡ ਜਿਹਾ ਅਟੈਕ ਹੋਇਆ, ਪਰ ਜਦੋਂ ਆਲਰੇਡੀ ਉਹਨਾਂ ਨੂੰ 2 ਵੈਕਸੀਨੇਸ਼ਨ ਲੱਗ ਚੁੱਕੇ ਨੇ, ਪਲੱਸ ਉਹਨਾਂ ਨੇ ਆਲਰੇਡੀ ਉਹਨਾਂ ਦੇ ਸਿੰਪਟਮ ਇਸ ਹਿਸਾਬ ਨਾਲ ਉਹਨਾਂ ਨੂੰ ਫੀਵਰ ਹੈ, ਹੈਡੇਕ ਹੈ, ਥੋੜ੍ਹੀ ਡਿਜ਼ੀਨੈਸ ਹੈ, ਨੌਜ਼ੀਆ, ਅਤੇ ਉਹ ਜਾਪਦਾ ਵੀ ਉਹਨਾਂ ਨੂੰ COVID-19 ਦਾ ਜਿਹੜਾ ਵੇਰੀਐਂਟ ਹੈ ਓਮੀਕਰੋਨ ਉਹ ਹੋਇਆ। ਅਤੇ ਉਸ ਸਮੇਂ ਦੇ ਵਿੱਚ ਜੇ ਆਪਾਂ ਟੈਸਟ ਦੁਬਾਰਾ ਕਰ ਵੀ ਲਾਂਗੇ ਤਾਂ ਫਿਰ ਕੀ ਬਣਨਾ? ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਦੋਂ ਪਤਾ ਕਿ 5 ਦਿਨ ਜਿਹੜੇ ਨਾ ਜੇ ਤੁਸੀਂ ਆਲਰੇਡੀ ਸਿੰਪਟਮ ਫਰੀ ਹੋ ਤਾਂ ਤੁਸੀਂ ਥੋੜ੍ਹੀ ਜਿਹੀ ਐਕਟੀਵਿਟੀ ਵਧਾ ਸਕਦੇ ਹੋ, ਪਰ ਜੇ ਤੁਸੀਂ ਕੰਮ 'ਤੇ ਜਾਣਾ, ਕਈ ਕੰਮ ਵਾਲੇ ਇਹੋ ਜਿਹੇ ਲੋਕ ਨੇ ਉਹ ਕਹਿ ਰਹੇ ਨੇ ਵੀ ਦੁਬਾਰਾ ਟੈਸਟ ਕਰਾ ਕੇ ਲਿਆਓ। ਉਹ ਸਮਝ ਨਹੀਂ ਆਉਂਦੀ ਵੀ ਦੁਬਾਰਾ ਟੈਸਟ ਜਿਹੜਾ ਆਲਰੇਡੀ ਪੋਜ਼ੀਟਿਵ ਟੈਸਟ ਹੈ ਉਹ ਨੈਗੇਟਿਵ ਤਾਂ ਨਹੀਂ ਹੋਣਾ ਹਫ਼ਤੇ ਵਿੱਚ, ਹੋ ਸਕਦਾ ਉਹਦੇ ਵਿੱਚ ਆਲਰੇਡੀ ਜਿਹੜੀ ਨਾ ਤੁਹਾਡੀ ਬਾਡੀ ਵਿੱਚ ਉਹਦੀ ਐਂਟੀਬਾਇਓਟਿਕਸ ਜਾਂ ਜਿਹੜਾ ਉਹਦਾ ਪੋਜ਼ੀਟਿਵਿਟੀ ਅਜੇ ਵੀ ਪ੍ਰੈਜ਼ੈਂਟ ਹੋਏ। ਸੋ ਇਹ ਜਦੋਂ ਵੀ ਤੁਹਾਨੂੰ ਤੁਹਾਡਾ ਕੋਈ ਕੰਮ ਵਾਲਾ ਜਾਂ ਤੁਹਾਨੂੰ ਕੋਈ ਇਸ ਚੀਜ਼ ਬਾਰੇ ਪੁੱਛਦਾ, ਤੁਸੀਂ ਉਹਨਾਂ ਨੂੰ ਐਕਸਪਲੇਨ ਕਰੋ ਕਿ ਪਹਿਲਾਂ ਪਾਲਿਸੀ ਪੜ੍ਹੋ ਸਰਕਾਰ ਦੀ, ਪਹਿਲਾਂ ਦੇਖੋਗੇ ਕਿ ਉਹਨਾਂ ਨੇ ਕੀ ਇਸ਼ੂ ਕੀਤੀ ਸਟੇਟਮੈਂਟ। ਸਾਡੇ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਆਫਿਸਰਸ ਨੇ ਉਹਨਾਂ ਨੇ ਕੀ ਆਖਿਆ, ਗਵਰਨਮੈਂਟ ਆਫ BC ਦੇ ਮਿਨਿਸਟਰ ਆਫ ਹੈਲਥ ਨੇ ਕੀ ਆਖਿਆ, ਉਹਨਾਂ ਦੀ ਜਿਹੜੀਆਂ ਗੱਲਾਂ ਨੂੰ ਮੈਚ ਕਰਕੇ ਫਿਰ ਤੁਸੀਂ ਕਰੋ। ਕਿਉਂਕਿ ਕਾਫੀ ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ ਜਦੋਂ ਆਪਾਂ ਕਿਤੇ ਉਹਨਾਂ ਨੂੰ ਭੇਜਦੇ ਹਾਂ। ਫਾਰ ਐਗਜ਼ਾਮਪਲ ਵੀ ਜੇ ਕੋਈ ਮੇਰਾ ਪੇਸ਼ੈਂਟ ਹੈ, ਮੈਂ ਉਹਨੂੰ ਕਹਾਂ ਵੀ ਤੂੰ ਫਲਾਣੀ ਜਗ੍ਹਾ ਜਾ ਕੇ ਟੈਸਟ ਕਰਾਉਣਾ, ਅਤੇ ਟੈਸਟ ਜਦੋਂ ਕਰਾਉਣ ਜਾਂਦੇ ਨੇ ਲੰਬੀ ਲਾਈਨ ਹੈ, ਵਾਰੀ ਨਹੀਂ ਆਉਂਦੀ, ਫਿਰ ਉਹਨਾਂ ਨੂੰ ਕਹਿੰਦੇ ਤੁਸੀਂ ਦੂਜੀ ਜਗ੍ਹਾ 'ਤੇ ਚਲੇ ਜਾਓ। ਸੋ ਮੈਨੀ ਥਿੰਗਸ ਆਰ ਹੈਪਨਿੰਗ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ, ਚਾਹੇ ਬਿਜ਼ਨੈਸਿਸ ਨੇ, ਚਾਹੇ ਪਰਿਵਾਰ ਨੇ, ਚਾਹੇ ਸਕੂਲ ਨੇ। ਅਸੀਂ ਦੇਖਿਆ ਕਿ BC ਦੇ ਵਿੱਚ ਹੁਣ ਸਕੂਲ ਵੀ ਅੱਗੇ ਪਾ ਦਿੱਤੇ ਗਏ ਨੇ, ਇਕੱਲੇ BC ਦੇ ਵਿੱਚ ਨਹੀਂ ਪੂਰੇ ਕੈਨੇਡਾ ਦੇ ਵਿੱਚ ਇਹ ਹਾਲਾਤ ਇਦਾਂ ਦੇ ਬਣੇ ਹੋਏ ਨੇ। ਹੁਣ ਆਪਾਂ ਗੱਲ ਕਰ ਰਹੇ ਹਾਂ ਅੱਜ 2022 ਦੇ ਵਿੱਚ ਬੈਠੇ ਹਾਂ, ਅਸੀਂ 2019 ਦੇ ਲਾਸਟ ਤੋਂ 2020 ਦਾ ਸਾਰਾ ਸਾਲ, 2021 ਸਾਰਾ ਸਾਲ ਅਸੀਂ ਪ੍ਰੋਵਾਈਡ ਕਰਨ ਦੀ ਇਨਫੋਰਮੇਸ਼ਨ ਕੋਸ਼ਿਸ਼ ਕੀਤੀ, ਕਿਉਂਕਿ ਹਰ ਦਿਨ ਨਵੀਂ ਇਨਫੋਰਮੇਸ਼ਨ ਆ ਰਹੀ ਹੈ, ਹਰ ਦਿਨ ਨਵੇਂ ਹਾਲਾਤ ਜਿਹੜੇ ਨੇ ਸਾਹਮਣੇ ਆ ਰਹੇ ਨੇ। ਹੁਣ ਕਹਿੰਦੇ ਹੁੰਦੇ ਨਾ ਪੰਜਾਬੀ 'ਚ ਇੱਕ ਕਹਾਵਤ ਹੁੰਦੀ ਹੈ ਕਿ ਹਾਥੀ ਲੰਘ ਗਿਆ ਪੂਛ ਰਹਿ ਗਈ। ਹੁਣ ਅਸੀਂ ਇਹ ਇਮੈਜਿਨ ਕਰ ਸਕਦੇ ਹਾਂ ਕਿ ਪੂਛ ਰਹਿ ਗਈ, ਬਹੁਤ ਥੋੜਾ ਘੱਟ ਟਾਈਮ ਰਹਿ ਗਿਆ, ਜਾਂ ਸਾਨੂੰ ਆਉਂਦੇ ਸਾਲ ਵੀ ਇਸੇ ਤਰ੍ਹਾਂ ਕੱਢਣੇ ਪੈ ਸਕਦੇ। ਦੇਖੋ ਅਜੇ ਕੋਈ ਪਤਾ ਨਹੀਂ ਵੀ ਇਹਨੇ ਕਿਸ ਹਿਸਾਬ ਨਾਲ ਚੱਲਣਾ, ਕਿਉਂਕਿ ਜਿਹੜਾ ਇਹਦਾ ਪੂਰਾ ਜਿਹੜਾ ਜ਼ੋਰ ਸੀ ਉਹ ਪਿਛਲੇ ਸਾਲ 2020 ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ 21 ਵਿੱਚ ਥੋੜ੍ਹਾ ਜਿਹਾ ਵਧਿਆ, ਫਿਰ ਤੀਜੀ ਵੇਵ ਜਿਹੜੀ ਸੀ ਨਾ ਉਹ ਠੱਪ ਕਰਤੀ ਗਈ, ਫਿਰ ਚੌਥੀ ਜਿਹੜੀ ਵੇਵ ਹੈ ਹੁਣ ਚੌਥੀ ਈਵਨ 5ਵੀਂ ਵੇਵ ਹੋ ਗਈ ਸ਼ੁਰੂ। ਸੋ ਬੜਾ ਮੁਸ਼ਕਿਲ ਕਹਿਣਾ ਵੀ ਕਿੰਨੀ ਦੇਰ ਤੱਕ ਪਹੁੰਚੇਗਾ, ਉਹ ਡਿਪੈਂਡ ਕਰਦਾ ਕਿ ਸਾਡੇ ਸਾਰਿਆਂ 'ਤੇ ਵੀ ਅਸੀਂ ਇਹਦੀ ਵੈਕਸੀਨੇਸ਼ਨ ਬਾਰੇ ਸਾਡਾ ਕੀ ਵਿਚਾਰ ਹੈ। ਅਸੀਂ ਵੈਕਸੀਨੇਸ਼ਨ ਲਵਾਈ ਕਿ ਨਹੀਂ ਲਵਾਈ, ਜੇ ਨਹੀਂ ਲਵਾਈ ਤਾਂ ਕਿਉਂ ਨਹੀਂ ਲਵਾ ਰਹੇ, ਜੇ ਫਸਟ ਡੋਜ਼ ਲੱਗੀ ਹੈ ਤਾਂ ਸੈਕਿੰਡ ਲਵਾਉਣੀ ਚਾਹੀਦੀ ਹੈ। ਸੈਕਿੰਡ ਡੋਜ਼ ਤੋਂ ਬਾਅਦ ਸਾਰਿਆਂ ਨੂੰ ਇਨਵੀਟੇਸ਼ਨ ਆ ਗਈ ਹੈ 50 ਸਾਲ ਤੋਂ ਉੱਪਰ ਵੀ 6 ਮਹੀਨੇ ਦਾ ਜਿਨ੍ਹਾਂ ਦਾ ਟਾਈਮ ਦਾ ਵਿੱਚ ਹੈਗਾ ਵਕਫਾ, ਉਹ ਤੁਸੀਂ ਆਪਣੀ 3rd ਡੋਜ਼ ਲਵਾਉਣੀ ਹੈ। ਸੋ ਕਈ ਜਗ੍ਹਾ ਵਿੱਚ ਚੌਥੀ ਡੋਜ਼ ਵੀ ਆਫਰ ਕਰਦੇ ਪਏ ਨੇ ਕਈ ਪ੍ਰੋਵਿੰਸਾਂ ਵਿੱਚ। ਸੋ ਇਹ ਗੱਲ ਜਿਹੜੀ ਨਾ ਬਦਲਦੀ ਪਈ ਹੈ, ਪਰ ਇੱਕ ਕਹਾਣੀ ਨਹੀਂ ਬਦਲੀ। ਇੱਕ ਉਹ ਹੈਗੀ ਵੀ ਵੈਕਸੀਨੇਸ਼ਨ ਦੀ ਜਿਹੜੀ ਫਸਟ ਲੇਅਰ ਆਫ ਪ੍ਰੀਵੈਂਸ਼ਨ ਉਹ ਹੈਗੀ ਵੈਕਸੀਨੇਸ਼ਨ ਸਾਰਿਆਂ ਨੂੰ ਲਵਾਉਣਾ ਚਾਹੀਦਾ। ਥੋੜ੍ਹੇ ਬਹੁਤੇ ਸਾਈਡ ਇਫੈਕਟ ਹੁੰਦੇ ਨੇ, ਬਹੁਤ ਘੱਟ ਲੋਕਾਂ ਨੂੰ, ਜ਼ਿਆਦਾ ਨਹੀਂ। ਸੋ ਸਾਨੂੰ ਵਿਚਾਰ ਕਰਨਾ ਪੈਣਾ ਵੀ ਆਪਾਂ ਸਾਈਡ ਇਫੈਕਟਸ ਤੋਂ ਥੋੜ੍ਹਿਆਂ ਬਹੁਤਿਆਂ ਨੂੰ 1-2 ਦਿਨ ਜੇ ਪ੍ਰੋਬਲਮ ਆਉਂਦੀ ਹੈ, ਪਰ ਕਿ ਅਸੀਂ ਆਪਣੇ ਆਪ ਨੂੰ ਬਹੁਤ ਮੁਸ਼ਕਿਲ 'ਚ ਪਾਉਣਾ ਹੈ। ਇਹ ਕਹਿਣਾ ਕਿ ਜਿਹੜਾ ਵੇਰੀਐਂਟ ਹੈ ਵੀ ਇਹ ਜ਼ਿਆਦਾ ਖਤਰਨਾਕ ਨਹੀਂ, ਇਹ ਤਾਂ ਠੀਕ ਹੈ, ਕਿਉਂਕਿ ਖਤਰਨਾਕ ਤਾਂ ਨਹੀਂ ਹੈਗਾ ਕਿਉਂਕਿ ਆਲਰੇਡੀ ਲੋਕਾਂ ਨੂੰ ਫਸਟ ਜਾਂ ਸੈਕਿੰਡ ਡੋਜ਼ ਅਤੇ 3rd ਡੋਜ਼ ਲੱਗੀ ਹੈ, ਇਸੇ ਕਰਕੇ ਉਹਨਾਂ 'ਤੇ ਘਾਤਕ ਹੋ ਰਿਹਾ। ਪਰ ਜੇ ਐਨਫ ਨੰਬਰ ਫਾਰ ਐਗਜ਼ਾਮਪਲ ਜਿੱਦਾਂ ਅੱਜ BC ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਆਏ ਨੇ, 80% ਉਹ ਵੇਰੀਐਂਟ ਨੇ, ਅਤੇ ਜੇ ਹੁਣ 80% ਦੇ ਵਿੱਚੋਂ ਜੇ 5 ਜਾਂ 7 ਹਜ਼ਾਰ ਲੋਕਾਂ ਦੇ ਵਿੱਚੋਂ ਇੱਕ ਗਰੁੱਪ ਇਹੋ ਜਿਹਾ ਆ ਜਾਏ ਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਵੱਜ ਜਾਏ, ਫਿਰ ਹਸਪੀਟਲ ਜਗ੍ਹਾ ਨਹੀਂ ਮਿਲਣੀ। ਸੋ ਜਦੋਂ ਨੰਬਰ ਵੱਧਦੇ ਪਏ ਨੇ, ਉਹ ਨੰਬਰਾਂ ਕਰਕੇ ਹੀ ਜਿਹੜੀ ਉਹਦੀ ਪਰਸੈਂਟੇਜ ਆਉਣੀ ਹੈ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਸਕਦੀਆਂ, ਕਿਉਂਕਿ ਉਹਨਾਂ ਕੋਲ ਆਲਰੇਡੀ
ਮੈਡੀਕਲ ਕੰਡੀਸ਼ਨਸ ਹੈਗੀਆਂ ਨੇ ਜਿਹੜੀਆਂ ਕਿ ਬਾਡੀ ਨੂੰ ਆਲਰੇਡੀ ਬੜਾ ਉਹਨਾਂ ਨੇ ਵੀਕ ਕੀਤਾ, ਜਿਸ ਤਰ੍ਹਾਂ ਕਿ ਹਾਰਟ ਦੀ ਪ੍ਰੋਬਲਮ ਹੋਏ, ਲੰਗਸ ਦੀ ਹੋਏ ਤਾਂ ਜਾਂ ਤੁਸੀਂ ਕੋਈ ਤੁਹਾਨੂੰ COPD ਹੈ, ਜਾਂ ਤੁਹਾਨੂੰ ਆਪਣਾ ਕੋਈ ਹਾਰਟ ਅਟੈਕ ਹੋਇਆ, ਜਾਂ ਤੁਸੀਂ ਤੁਹਾਡਾ ਬਾਡੀ ਵਿੱਚ ਆਲਰੇਡੀ ਤੁਹਾਡਾ ਕੰਪਰੋਮਾਈਜ਼ਡ ਹੈ, ਜਾਂ ਤੁਸੀਂ ਕੋਈ ਕੈਂਸਰ ਕਰਕੇ ਤੁਸੀਂ ਕਮਜ਼ੋਰ ਹੋ, ਜਾਂ ਤੁਸੀਂ ਉਹਦੇ ਵਾਸਤੇ ਕੋਈ ਮੈਡੀਸਨ ਲੈ ਰਹੇ ਹੋ, ਜਾਂ ਤੁਹਾਨੂੰ ਕੋਈ HIV ਜਾਂ ਹੋਰ ਕੋਈ ਇਨਫੈਕਸ਼ਨ ਹੈ ਜਿਹਦੇ ਨਾਲ ਤੁਹਾਡਾ ਸਿਸਟਮ ਕੰਪਰੋਮਾਈਜ਼ ਹੈ, ਫਿਰ ਤੁਹਾਨੂੰ ਜਿਹੜਾ ਨਾ ਉਹ ਜਿਹੜਾ ਨੰਬਰ ਹੈ ਉਹਨਾਂ 'ਤੇ ਜ਼ਿਆਦਾ ਮਾਰ ਪੈਣੀ ਹੈ। ਇਸੇ ਕਰਕੇ ਹੀ ਮੈਨੂੰ ਜਾਪਦਾ ਕਿ ਜੋ BC ਵਿੱਚ ਹੋ ਰਿਹਾ ਜਾਂ ਕੈਨੇਡਾ ਵਿੱਚ ਉਹ ਉਸ ਚੀਜ਼ ਨੂੰ ਦੇਖ ਕੇ ਹੀ ਕਹਿ ਰਹੇ ਨੇ ਵੀ ਤੁਸੀਂ ਕੰਟਰੋਲ ਕਰੋ ਤਾਂ ਕਿ ਐਨਫ ਨੰਬਰ ਨਾ ਬਿਮਾਰ ਹੋਣ ਕਿ ਹਸਪਤਾਲਾਂ ਵਿੱਚ ਓਵਰਫਲੋ ਹੋ ਜੇ। ਉਹਦਾ ਇਹ ਹੋਣਾ ਕਿ ਜਦੋਂ ਹਸਪੀਟਲ ਵਿੱਚ ਉਹ ਲੋਕ ਜਾਣਗੇ ਉਹਨਾਂ ਨੇ 3 ਗੱਲਾਂ ਹੋਣੀਆਂ। ਪਹਿਲੀ ਗੱਲ ਹੁੰਦੀ ਹੈ ਕਿ ਜਿਹੜੇ ਆਲਰੇਡੀ ਸਟਾਫ ਹੈ ਪੂਰਾ ਉਹ ਸਟ੍ਰੈਸ ਵਿੱਚ ਕਾਫੀ ਸਟਾਫ ਜਿਹੜਾ ਨਾ, ਇੱਕ ਜਿਹੜੀ ਨਰਸ ਹੈ ਸਪੈਸ਼ਲੀ ਟ੍ਰੇਨਡ, ਉਹ 24 ਘੰਟੇ ਨਹੀਂ ਕੰਮ ਕਰ ਸਕਦੀ, ਉਹਨਾਂ ਨੂੰ ਵੀ ਛੁੱਟੀ ਚਾਹੀਦੀ ਹੁੰਦੀ ਹੈ। ਉਹਨਾਂ ਨੇ ਆਪਣੇ ਮਾਈਂਡ ਨੂੰ ਫਰੈਸ਼ ਕਰਨਾ। ਜਿਹੜੇ ICU ਦੇ ਡਾਕਟਰ ਨੇ ਉਹਨਾਂ ਨੂੰ ਵੀ ਚਾਹੀਦਾ, ਜਿਹੜੇ ਰੈਸਪੀਰੇਟਰੀ ਥੈਰੇਪਿਸਟ ਨੇ, ਸੋ ਜਿਹੜੀ ਟੋਟਲ ਜਿਹੜੀ ਟੀਮ ਹੈ ਉਹਨਾਂ ਨੂੰ ਆਪਾਂ ਇੰਨਾ ਸਟ੍ਰੈਸ ਪਾ ਦੇਣਾ ਵੀ ਉਹਨਾਂ ਵਿੱਚੋਂ ਗੜਬੜ ਹੋਣੀ ਸ਼ੁਰੂ ਹੋ ਜਾਣੀ ਹੈ। ਸੋ ਇਸ ਕਰਕੇ ਟਰਾਈ ਹੋ ਰਹੀ ਹੈ ਵੀ ਜਿਹੜੇ ਜਿੰਨੇ ਵੀ ਘੱਟ ਕੇਸ ਜਾਣ ਹਸਪੀਟਲ ਦੇ ਵਿੱਚ ਉਨੇ ਚੰਗੇ ਨੇ, ਤਾਂ ਜਾਣਗੇ ਘੱਟ ਜੇ ਆਪਾਂ ਪ੍ਰੀਵੈਂਸ਼ਨ ਕਰਾਂਗੇ, ਇੰਜੈਕਸ਼ਨ ਲਵਾਵਾਂਗੇ, ਡਿਸਟੈਂਸ ਮੇਨਟੇਨ ਕਰਾਂਗੇ, ਮਾਸਕ ਲਾਵਾਂਗੇ, ਇੰਸਟਰਕਸ਼ਨਸ ਫਾਲੋ ਅਪ ਕਰਾਂਗੇ, ਟਰੈਵਲ ਨਹੀਂ ਕਰਾਂਗੇ, ਜਿਹੜਾ ਵੀ ਲਾਕਡਾਊਨ ਜਾਂ ਜਿਹੜੀ ਵੀ ਤੁਸੀਂ ਆਪਣੇ ਬਬਲ ਜ਼ੋਨ ਦੇ ਵਿੱਚ ਰਹਿਣਾ ਉਹ ਤੁਹਾਨੂੰ ਕਰਨਾ ਪੈਣਾ, ਕੋਈ ਚੋਇਸ ਨਹੀਂ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਦੇ ਆਰ ਵੈਰੀ ਕਾਮਨ, ਛੋਟੀਆਂ ਗੱਲਾਂ ਜਿਹੜੀ ਮੈਂ ਗੱਲ ਕਰਨਾ ਪਿਆ, ਦੇ ਆਰ ਨਾਟ ਕੋਈ ਬੜੀ ਵੱਡੀ ਤੁਹਾਨੂੰ ਕਿਤਾਬ ਨਹੀਂ ਪੜ੍ਹਨੀ ਪੈਣੀ ਹੈ, ਸਿੰਪਲ ਗੱਲਾਂ ਨੇ। ਫਿਰ ਜੇ ਤੁਸੀਂ ਇਹ ਸਿੰਪਲ ਗੱਲਾਂ ਨੂੰ ਠੀਕ ਕਰ ਲਓਗੇ ਤੇ ਬਹੁਤ ਫਰਕ ਪੈਣਾ। ਕਿਉਂਕਿ ਆ ਜਿਹੜਾ ਸਮਾਂ ਕਈ ਵਾਰੀ ਕਿਹਾ ਵੀ ਇਹ ਠੀਕ ਹੋ ਗਿਆ, ਫਿਰ ਕਹਿ ਦਈਦਾ ਵੀ ਆਪਾਂ ਗਲਤ ਹੋ ਗਿਆ ਸਮਾਂ। ਸੋ ਮੈਨੂੰ ਨਹੀਂ ਜਾਪਦਾ ਵੀ ਇਹ ਸਮਾਂ ਜਿਹੜਾ ਨਾ ਇਹ ਹਾਰਟ ਬੀਟ ਵਾਂਗੂ ਚੱਲਦਾ ਪਿਆ, ਕਦੀ ਉੱਪਰ ਕਦੀ ਥੱਲੇ। ਪਰ ਵਕਤ ਜਿਹੜਾ ਨਾ ਇਹੋ ਹੀ ਆਉਣ ਵਾਲੇ ਸਮੇਂ ਵਿੱਚ ਮੁਸ਼ਕਲ ਟਾਈਮ ਆ ਰਿਹਾ। ਪਰ ਫਿਰ ਜਿਹੜਾ ਗੱਲ ਕਰਾਂਗਾ ਕਿ ਜਿਹੜੇ ਲੋਕਾਂ ਨੇ ਟੈਸਟ ਕਰਾਉਣ ਵਾਲੇ ਲੋਕੀ ਬੜੇ ਪਰੇਸ਼ਾਨ ਨੇ ਕਿ ਉਹਨਾਂ ਨੂੰ ਕਿਟਸ ਨਹੀਂ ਮਿਲਦੀਆਂ ਪਈਆਂ। ਫਾਰਮੇਸੀ ਦੇ ਵਿੱਚ ਕਿਟਸ ਹੈ ਨਹੀਂ, ਬੜੀਆਂ ਘੱਟ ਫਾਰਮੇਸੀ ਸੀ ਜਿਨ੍ਹਾਂ ਨੂੰ ਆਥੋਰਾਈਜ਼ ਸੀ, ਹੁਣ ਇਹਨਾਂ ਨੇ ਆਥੋਰਾਈਜੇਸ਼ਨ ਉਹਨਾਂ ਦੀ ਵਧਾਣੀ ਹੈ। ਪਰ ਜਿਹੜੀ ਗਵਰਨਮੈਂਟ ਆਫ ਕੈਨੇਡਾ ਨੇ ਕਿਟਸ ਆਰਡਰ ਕੀਤੀਆਂ ਕਿਉਂਕਿ ਉਹ ਈਜ਼ੀ ਕੰਮ ਹੈ ਕਿ ਤੁਸੀਂ ਰੈਪਿਡ ਟੈਸਟ ਕਰ ਲਿਆ, ਤੁਹਾਨੂੰ ਪਤਾ ਲੱਗ ਗਿਆ। ਪਰ ਜੇ ਟੈਸਟ ਕਰਨ ਤੋਂ ਬਾਅਦ ਜੇ ਤੁਹਾਨੂੰ ਸਿੰਪਟਮ ਨੇ 2-3 ਦਿਨ, ਫਿਰ ਤੁਸੀਂ ਘਰ ਰਹੋ, ਆਪਣਾ ਆਰਾਮ ਕਰੋ। ਪਰ ਜੇ ਉਸ ਤੋਂ ਬਾਅਦ ਜੇ ਤੁਹਾਡੇ ਵਰਕ ਵਾਲੇ ਡਿਮਾਂਡ ਕਰਦੇ ਨੇ ਵੀ ਸਰਟੀਫਿਕੇਟ ਲੈ ਕੇ ਲਿਆਓ, ਉਹ ਗੱਲ ਮੇਰੇ ਦਿਮਾਗ 'ਚ ਨਹੀਂ ਸਮਝ ਆਈ। ਕਿਉਂਕਿ ਆਲਰੇਡੀ ਜਦੋਂ ਹੋ ਚੁੱਕੀ ਇਨਫੈਕਸ਼ਨ, ਬੰਦਾ ਠੀਕ ਹੋ ਚੁੱਕਾ, ਉਹ ਇਨਸਾਨ ਠੀਕ ਹੋ ਕੇ ਰੈਸਟ ਕਰ ਚੁੱਕਾ, ਤੇ ਫਿਰ ਤੁਸੀਂ ਉਹਨੂੰ ਕਿਉਂ ਤੰਗ ਕਰਦੇ? ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਦੇਖਣੀਆਂ ਚਾਹੀਦੀਆਂ ਨੇ। ਤੁਸੀਂ 2 ਗੱਲਾਂ ਕੀਤੀਆਂ, ਇੱਕ ਕਿ ਹਾਰਟ ਬੀਟ ਦੀ ਗੱਲ ਕੀਤੀ ਕਿ ਉੱਤੇ ਨੀਵੇਂ ਉਤਰਾਅ ਚੜਾਅ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ, ਤਾਂ ਅਸੀਂ ਨਹੀਂ ਚਾਹੁੰਦੇ ਕਿ ਉਹ ਕਿਤੇ ਸਟੇਬਲ ਹੋਵੇ, ਕਿਉਂਕਿ ਜੇ ਸਟੇਬਲ ਹੋਵੇ ਤਾਂ ਜ਼ਿੰਦਗੀ ਰੁਕ ਜਾਣੀ ਹੈ। ਸੋ ਇਹ ਹੈ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪਰਖਣੀਆਂ ਚਾਹੀਦੀਆਂ। ਬਾਕੀ ਤੁਸੀਂ ਕਿਹਾ ਸਿੰਪਲ ਚੀਜ਼ਾਂ ਨੇ, ਸਿੰਪਲ ਚੀਜ਼ਾਂ ਨੂੰ ਅਸੀਂ ਆਪ ਹੀ ਕੰਪਲਿਕੇਟਡ ਕਰੀ ਬੈਠੇ ਹਾਂ। ਉਧਰ ਦੂਜੇ ਪਾਸੇ ਇਜ਼ਰਾਈਲ ਵਾਲੇ 4ਥੀ ਡੋਜ਼ ਜਿਹੜੀ ਉਹ ਲਗਾਈ ਬੈਠੇ ਆ, ਪਰ ਹੁਣ ਅਸੀਂ 3ਜੀ ਡੋਜ਼ ਹੈ ਜਿਹੜੀ ਉਹ ਕਈਆਂ ਲੋਕਾਂ ਨੂੰ ਇਨਵੀਟੇਸ਼ਨ ਆ ਚੁੱਕਿਆ ਹੈ, ਕਈ ਹਜੇ ਉਡੀਕ ਕਰ ਰਹੇ ਆ। ਉਧਰ USA ਵਾਲੇ ਇਸ ਗੱਲ ਤੇ ਡਿਬੇਟ ਕਰ ਰਹੇ ਆ ਕਿ ਟੀਨਏਜਰਸ ਆ ਜਿਹੜੇ, ਉਹਨਾਂ ਨੂੰ ਇਹ ਡੋਜ਼ ਬੂਸਟਰ ਡੋਜ਼ ਜਿਹੜੀ ਲਗਾਈ ਜਾਵੇ ਜਾਂ ਨਾ ਲਗਾਈ ਜਾਵੇ, ਉਹਦੇ ਉੱਤੇ ਗੱਲਬਾਤ ਹੋ ਰਹੀ ਹੈ। ਪਰ ਇੱਥੇ ਅਸੀਂ 3ਜੀ ਡੋਜ਼ ਲਗਾਉਣ ਦੇ ਵੀ ਹੱਕ 'ਚ ਨਹੀਂ। ਬਹੁਤ ਸਾਰੇ ਲੋਕਾਂ ਨੂੰ ਮੈਂ ਲਾਈਵ ਐਗਜ਼ਾਮਪਲਸ ਦੇ ਸਕਦੀ ਹਾਂ, ਬਹੁਤ ਸਾਰੇ ਅਜਿਹੇ ਲੋਕ ਨੇ ਉਹ ਕਹਿੰਦੇ ਆ ਕਿ 3ਜੀ ਡੋਜ਼ ਨਹੀਂ, ਵੇਟ ਕਰ ਲਓ, ਇਹਦੇ ਨਾਲ ਬੋਡੀ 'ਚ ਬਹੁਤ ਕੰਪਲਿਕੇਸ਼ਨਸ ਆਉਂਦੀਆਂ ਨੇ। ਹੁਣ ਤੁਹਾਡੇ ਲੱਗੀ ਹੈ ਬੂਸਟਰ ਡੋਜ਼, ਕੋਈ ਕੰਪਲਿਕੇਸ਼ਨ ਤੁਹਾਨੂੰ ਲੱਗਦਾ ਆ ਸਕਦੀ ਹੈ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਸੀ ਬਿਮਾਰ ਜ਼ਿਆਦਾ ਹੋਣ ਲੱਗੇ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਮੈਂ ਲੋ ਜ਼ਿਆਦਾ ਫੀਲ ਕਰਨ ਲੱਗੀ। ਕੀ ਇਹਨਾਂ ਟੀਕਿਆਂ ਦੇ ਨਾਲ ਕੋਈ ਇਫੈਕਟ ਹੋ ਸਕਦਾ? 3ਜੀ ਬੂਸਟਰ ਡੋਜ਼ ਲਗਵਾਉਣ ਦੇ ਲਈ 2 ਲੋਕ ਲਗਵਾ ਚੁੱਕੇ ਆ, ਪਰ ਬਹੁਤ ਸਾਰੇ ਲੋਕ 3ਜੀ ਬੂਸਟਰ ਡੋਜ਼ ਅਜੇ ਨਹੀਂ ਲਗਵਾ ਰਹੇ। ਉਹ ਕਹਿੰਦੇ ਜਦੋਂ ਜ਼ਰੂਰੀ ਕਰਨਗੇ ਉਦੋਂ ਦੇਖ ਲਾਂਗੇ। ਦੇਖੋ, ਜ਼ਰੂਰੀ ਕੋਈ ਇਹ ਤਾਂ ਹੈ ਨਹੀਂ ਤੁਹਾਨੂੰ ਕਿਸੇ ਨੇ ਜਾ ਕੇ ਤੁਹਾਨੂੰ ਘਰੋਂ ਫੜ ਕੇ ਬਿਠਾ ਕੇ ਖੜਨਾ ਕਾਰ 'ਚ, ਜਾਂ ਤੁਹਾਨੂੰ ਕੋਈ ਗਵਰਨਮੈਂਟ ਦਾ ਆਰਡਰ ਆਉਣਾ, ਕੋਈ ਇੱਥੇ ਕੋਈ ਕਰਫਿਊ ਜਾਂ ਕੋਈ ਮਾਰਸ਼ਲ ਲਾ ਲੱਗਣਾ ਵੀ ਚੁੱਕ ਕੇ ਲੈ ਜਾਓ ਇਹਨਾਂ ਨੂੰ ਇੰਜੈਕਸ਼ਨ ਲਵਾਓ। ਉਹ ਕੰਮ ਤੇ ਨਹੀਂ ਹੋਣਾ, ਕਿਉਂਕਿ ਫ੍ਰੀ ਮੁਲਕ ਹੈ, ਲੋਕਾਂ ਦੀ ਆਪਣੀ ਲੋਕਾਂ ਦੀ ਮਰਜ਼ੀ ਹੈ। ਪਰ ਜਿਹੜੀ ਮਰਜ਼ੀ, ਆਪਣੀ ਮਰਜ਼ੀ ਜਿਹੜੀ ਬਾਕੀਆਂ ਦੀ ਮਰਜ਼ੀ ਨੂੰ ਖਰਾਬ ਕਰਦੀ ਹੈ, ਉਹ ਸਰਕਲ ਨੂੰ ਉਹ ਸਾਨੂੰ ਸੋਚਣਾ ਪੈਣਾ। ਇੰਜੈਕਸ਼ਨ ਜਿੱਦਾਂ 3rd ਡੋਜ਼ ਮੈਂ ਲਵਾਈ ਸੀ, ਜਾਂ ਕਾਫੀ ਜਿਹੜੇ ਮੇਰੇ ਪੇਸ਼ੈਂਟ ਨੇ ਜਾਂ ਜਿਨ੍ਹਾਂ ਨੂੰ ਮੈਂ ਜਾਣਨਾ, ਫੈਮਿਲੀ ਮੈਂਬਰਸ ਨੇ ਵੀ ਲਵਾਈ ਹੈ, ਉਹਦੇ ਵਿੱਚੋਂ ਕੋਈ ਮੁਸ਼ਕਲ ਨਹੀਂ ਆਉਂਦੀ। ਜਿਸ ਤਰ੍ਹਾਂ 2nd ਡੋਜ਼ ਕਰਕੇ ਸੀ ਉਸ ਤਰ੍ਹਾਂ 3rd ਡੋਜ਼ ਦੇ। ਐਕਚੁਅਲੀ ਜਦੋਂ ਬਾਡੀ ਵਿੱਚ ਥੋੜ੍ਹੀ ਬਹੁਤੀ ਬੁਖਾਰ ਜਾਂ ਟੈਂਪਰੇਚਰ ਹੁੰਦਾ ਜਾਂ ਤੁਹਾਨੂੰ ਟਾਇਰਡਨੈਸ ਆਉਂਦੀ ਹੈ, ਉਹਦਾ ਤੁਹਾਡੀ ਬਾਡੀ ਉਸ ਤੁਹਾਡਾ ਜਿਹੜਾ ਵੈਕਸੀਨੇਸ਼ਨ ਹੈ ਉਹਨੂੰ ਰਿਐਕਟ ਕਰਦੀ ਪਈ ਹੈ। ਇਹਦਾ ਮਤਲਬ ਹੈ ਤੁਹਾਡੀ ਬਾਡੀ ਵਿੱਚ ਐਂਟੀਬਾਡੀਜ਼ ਬਣਾ ਰਹੀ ਹੈ, ਉਹ ਚੰਗੀ ਗੱਲ ਹੈ, ਉਹਦੇ ਨਾਲ ਕੋਈ ਬੜੀ ਵੱਡੀ ਪ੍ਰੋਬਲਮ ਨਹੀਂ ਹੈਗੀ। ਕਿਉਂਕਿ ਜਿਹੜੇ ਕਹਿ ਰਹੇ ਨੇ ਵੀ ਅਸੀਂ ਟਾਈਮ ਵੇਟ ਕਰਨਾ, ਉਹਨਾਂ ਤੋਂ ਵੀ ਮੈਂ 100% ਦੇ ਆਪਾਂ ਉਹਨਾਂ ਨੂੰ ਵੀ ਨਹੀਂ ਕੁਝ ਕਹਿ ਸਕਦੇ। ਰੀਜ਼ਨ ਬੀਇੰਗ ਹੈ ਕਿ ਜਿਹੜੀ ਇਹਦੀ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ, ਪਹਿਲਾਂ ਸੀ 1st ਡੋਜ਼ ਜੇ ਅੱਜ ਲੱਗੀ ਹੈ,
ਤੇ ਫਿਰ ਕਹਿਣਾ ਵੀ ਤੁਸੀਂ ਸੈਕੰਡ ਡੋਜ਼ 8 ਹਫ਼ਤਿਆਂ ਬਾਅਦ ਜਾਂ 12 ਹਫ਼ਤਿਆਂ ਬਾਅਦ, ਫਿਰ 8 ਤੇ ਕਰਤੀ। ਫਿਰ ਜਿਹੜੀ ਥਰਡ ਡੋਜ਼ ਸੀ ਉਹਨਾਂ ਨੂੰ ਪੂਰੀ ਕਲੀਅਰ ਨਹੀਂ ਸੀ, ਫਿਰ ਕਹਿ ਦਿੱਤਾ 6 ਮਹੀਨਿਆਂ ਤੇ। ਸੋ 6 ਮਹੀਨਿਆਂ ਵਾਲਾ ਕੰਮ ਜਿਹੜਾ ਤਕਰੀਬਨ ਪੱਕਾ ਇਸ ਟਾਈਮ ਤੇ, ਜਿਨ੍ਹਾਂ ਨੂੰ 6 ਮਹੀਨੇ ਦੇ ਵਿੱਚ ਡੋਜ਼ ਲੱਗੀ ਸੀ ਸੈਕੰਡ, ਉਹ ਲਵਾ ਸਕਦੇ ਨੇ ਹੁਣ। ਤੇ ਪਹਿਲਾਂ ਸੀ ਵੀ 70 ਸਾਲ ਤੋਂ ਥੱਲੇ, ਫਿਰ 60 ਦਾ ਹੋ ਗਿਆ, ਹੁਣ 50 ਤੇ ਉਹਨਾਂ ਨੇ ਕਾਲ ਕਰਤਾ ਕਿ ਤੁਸੀਂ ਆ ਕੇ ਲਵਾ ਲਓ। ਬਟ ਜਿਨ੍ਹਾਂ ਦਾ ਸਿਸਟਮ ਆਲਰੇਡੀ ਕੰਪਰੋਮਾਈਜ਼ ਹੈ, ਜਾਂ ਹੈਲਥ ਕੇਅਰ ਪ੍ਰੋਵਾਈਡਰ ਨੇ, ਜਾਂ ਕਿਸੇ ਇੰਡਸਟਰੀ ਵਿੱਚ ਨੇ ਜਿੱਥੇ ਜ਼ਿਆਦਾ ਚਾਂਸਸ ਨੇ ਪ੍ਰੋਬਲਮ ਆਉਣ ਦਾ, ਉਹਨਾਂ ਨੂੰ ਪਹਿਲਾਂ ਇਨਵੀਟੇਸ਼ਨ ਆ ਰਹੀ ਹੈ। ਤੇ ਜੇ ਤੁਹਾਨੂੰ ਇਨਵੀਟੇਸ਼ਨ ਨਹੀਂ ਵੀ ਆਈ ਤੇ ਤੁਸੀਂ ਇਸ ਕੈਟੇਗਰੀ ਵਿੱਚ ਫਿੱਟ ਹੋ, ਵੇਟ ਨਾ ਕਰੋ। ਇੰਨੀਆਂ ਕਲੀਨਿਕਸ ਨੇ, ਆਪਣਾ ਉੱਥੇ ਗੂਗਲ ਕਰਕੇ ਆਪਣੀ ਇਨਫੋਰਮੇਸ਼ਨ ਲੈ ਕੇ ਜਿਹੜੀ BC ਦੀ ਹੈਲਥ ਅਥਾਰਟੀ ਦਾ ਜਿਹੜੀ ਜਗ੍ਹਾ ਤੁਹਾਡੇ ਨੇੜੇ, ਉੱਥੇ ਜਾ ਕੇ ਤੁਸੀਂ ਇੰਜੈਕਸ਼ਨ ਲਵਾ ਲਓ। ਪਰ ਇੱਕ ਹੁੰਦਾ ਜਾ ਕੇ ਜਦੋਂ ਆਪਾਂ ਅਪਾਇੰਟਮੈਂਟ ਨਹੀਂ, ਥੋੜ੍ਹਾ ਜ਼ਿਆਦਾ ਵੇਟ ਕਰਨਾ ਪੈਂਦਾ। ਪਰ ਕਈ ਜਗ੍ਹਾ 'ਤੇ ਕੋਈ ਖਾਸ ਗੱਲ ਨਹੀਂ ਬਣਦੀ। ਮੈਂ ਜਾ ਕੇ ਇੱਕ ਫਾਰਮੇਸੀ ਦਾ ਲਵਾ ਕੇ ਆਇਆ ਸੀ, 10-15 ਮਿੰਟਾਂ 'ਚ ਕੰਮ ਹੋ ਗਿਆ, ਕਿਉਂਕਿ ਹਰ ਬੰਦਾ ਕਈ ਵਾਰੀ ਟਾਈਮ ਸਿਰ ਨਹੀਂ ਪਹੁੰਚਦਾ। ਇਫ ਯੂ ਆਰ ਦੇਅਰ ਐਟ ਦੈਟ ਟਾਈਮ, ਫਿਰ 10 ਮਿੰਟ ਵੇਟ ਕਰ ਲਓ, ਆਪਣਾ ਇਨਫੋਰਮੇਸ਼ਨ ਲੈ ਕੇ ਜਾਓ, ਹੈਲਥ ਕਾਰਡ ਨਾਲ ਲੈ ਕੇ ਜਾਓ। ਜੇ ਤੁਹਾਡੇ ਕੋਲ ਤੁਹਾਡਾ ਹੈਲਥ ਕਾਰਡ ਦਾ ਤੇ ਡੇਟ ਆਫ ਬਰਥ ਹੈਗਾ ਨਾ, ਤੁਹਾਡੀ ਡੇਟ ਆਫ ਬਰਥ ਜਾਂ ਤੁਹਾਡਾ ਜਿਹੜਾ MSP ਕਾਰਡ ਹੈ, ਉਹ ਤੁਸੀਂ ਵਿਖਾ ਦਿਓ, ਉਹਨਾਂ ਤੁਹਾਡੀ ਇਨਫੋਰਮੇਸ਼ਨ ਕੱਢ ਲੈਣੀ ਸਾਰੀ। ਉਹ ਫਿਰ ਕੱਢ ਕੇ ਉਹਨਾਂ ਤੁਹਾਨੂੰ ਮੈਚ ਕਰ ਦੇਣਾ, ਫਿਰ ਤੁਹਾਨੂੰ ਆਪਣੇ ਆਪ ਉਹਦੀ ਇਨਫੋਰਮੇਸ਼ਨ ਆ ਜਾਏਗੀ। ਉਹਨਾਂ ਦੀ ਜਿਹੜੇ ਐਪ 'ਤੇ ਵੀ ਤੁਹਾਡੀ ਥਰਡ ਡੋਜ਼ ਲੱਗ ਗਈ ਹੈ। ਅਤੇ ਫਿਰ ਜਦੋਂ ਇਹ ਤਿੰਨੇ ਡੋਜ਼ ਨੂੰ, ਜਦੋਂ ਤੁਸੀਂ ਕੈਨੇਡਾ ਦਾ ਜਿਹੜਾ ਇਹਨਾਂ ਦਾ ਐਪ ਹੈ, ਜਿਹੜਾ ਕਿ ਅਰਾਈਵ ਕੈਨੇਡਾ ਦਾ, ਜਦੋਂ ਤੁਸੀਂ ਬਾਹਰੋਂ ਆਉਂਦੇ ਆ ਜਾਂ ਅਸੀਂ ਜਾਂਦੇ ਹਾਂ, ਉਹਦੇ 'ਤੇ ਤੁਸੀਂ ਉਹਨੂੰ ਲੋਡ ਕਰ ਲੈਣਾ ਤਾਂ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਆਏ। ਉਹ ਜਿਹੜੀ ਗੱਲ ਹੈ ਨਾ, ਕਾਫੀ ਲੋਕਾਂ ਨੂੰ ਇਸ਼ੂ ਆ ਰਿਹਾ, ਕਿਉਂਕਿ ਕਈਆਂ ਕੋਲ ਤਾਂ ਆਈਫੋਨ ਨਹੀਂ ਹੈਗੇ। ਆਪਣੇ ਜਿਹੜੇ ਬਜ਼ੁਰਗ ਨੇ ਖਾਸ ਕਰਕੇ, ਜੇ ਉਹਨਾਂ ਕੋਲ ਹੈ ਵੀ ਹੈ, ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਆਪਰੇਟ ਕਿੱਦਾਂ ਕਰਨਾ। ਸੋ ਜੇ ਤੁਸੀਂ ਟਰੈਵਲ ਕਰਦੇ ਪਏ ਹੋ, ਤਾਂ ਤੁਹਾਨੂੰ ਚਾਹੀਦਾ ਵੀ ਇਨਫੋਰਮੇਸ਼ਨ ਪ੍ਰਿੰਟ ਕਰਕੇ ਨਾਲ ਲੈ ਜਾਓ। ਅਤੇ ਉਹਨਾਂ ਨੂੰ ਜੋ ਵੀ ਤੁਹਾਡੇ ਆਫਿਸਰ ਤੁਹਾਨੂੰ ਰਿਕੁਐਸਟ ਕਰਦੇ ਨੇ, ਉਹਨਾਂ ਨੂੰ ਫੋਨ ਦੇ ਕੇ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਕੱਢ ਲਓ ਵਿੱਚੋਂ ਜਿਹੜੀ ਇਨਫੋਰਮੇਸ਼ਨ। ਬੇਸਿਕਲੀ ਗੋਇੰਗ ਵਿਦ ਦ ਫਲੋ ਦੇ ਨਾਲ ਤੁਰੇ ਚੱਲੋ, ਕਿਉਂਕਿ ਇੱਕ ਵਾਰੀ ਸਾਨੂੰ ਕਿਨਾਰਾ ਤਾਂ ਜ਼ਰੂਰ ਮਿਲੂਗਾ। ਸੋ ਜਿਸ ਤਰ੍ਹਾਂ ਨਾਲ ਸਾਨੂੰ ਰੂਲਸ ਐਂਡ ਰੈਗੂਲੇਸ਼ਨਸ ਆਈ ਜਾਂਦੀਆਂ ਨੇ, ਜਿਸ ਤਰ੍ਹਾਂ ਸਾਨੂੰ ਕਿਹਾ ਜਾਂਦਾ, ਉਹਨੂੰ ਫੋਲੋ ਜ਼ਰੂਰ ਕਰੋ। ਇਹੀ ਮੇਨ ਜਿਹੜਾ ਮੈਸੇਜ ਅਸੀਂ ਦੇ ਸਕਦੇ ਹਾਂ। ਪਰ ਜ਼ਿਆਦਾ ਡਾਕਟਰ ਸਾਹਿਬ ਪੇਰੈਂਟਸ ਪੈਨਿਕ ਹੋਏ ਆ, ਕਿਉਂਕਿ ਹੁਣ ਸਕੂਲ ਲੱਗਣੇ ਸੀਗੇ, ਹੁਣ ਬੱਚਿਆਂ ਦੇ ਡੋਜ਼ਿਸ ਲੱਗ ਰਹੀਆਂ ਨੇ 5 ਤੋਂ 11 ਸਾਲ ਦੇ ਬੱਚਿਆਂ ਦੇ, ਪਰ ਮੋਸਟਲੀ ਬੱਚਿਆਂ ਦੇ ਅਜੇ ਇੱਕ ਵੀ ਡੋਜ਼ ਨਹੀਂ ਲੱਗੀ। ਹੁਣ ਉਸ ਕਰਕੇ ਉਹਨਾਂ ਨੂੰ, ਕਿਉਂਕਿ 5 ਤੋਂ ਜ਼ਿਆਦਾ ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਵੀ ਇਹ ਵੇਰੀਐਂਟ ਜਿਹੜਾ ਆ ਰਿਹਾ, ਹੁਣ ਉਹ ਕਹਿੰਦੇ ਆ ਕਿ ਉਹਨਾਂ ਨੂੰ ਡੋਜ਼ ਨਹੀਂ ਲੱਗੀ। ਸਕੂਲਾਂ ਦੇ ਵਿੱਚ in-person ਪੜ੍ਹਾਈ ਹੋ ਰਹੀ ਆ, ਉੱਧਰੋਂ ਜਿਹੜੇ ਡਾਕਟਰ ਨੇ, ਆਫੀਸ਼ੀਅਲਸ ਨੇ, ਉਹ ਕਹਿ ਰਹੇ ਨੇ ਕਿ ਇਹ ਅਜਿਹਾ ਅਸੀਂ 2019-20 ਦੇ ਵਿੱਚ ਵੀ ਸਕੂਲ ਖੁੱਲ੍ਹੇ ਰਹੇ ਆ, 21 'ਚ ਵੀ ਸਕੂਲ ਖੁੱਲ੍ਹੇ ਰਹੇ ਆ, ਸਕੂਲਾਂ ਦੇ ਵਿੱਚ ਕੋਈ ਵੀ ਵੱਡੀ ਆਊਟਬ੍ਰੇਕ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਸੋ ਅਸੀਂ ਸੁਰੱਖਿਅਤ ਢੰਗ ਦੇ ਨਾਲ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ। ਹੁਣ ਪੇਰੈਂਟਸ ਪੈਨਿਕ ਨਾ ਹੋਣ, ਕੀ ਕਹੋਗੇ ਉਹਨਾਂ ਨੂੰ? ਦੇਖੋ, ਪੇਰੈਂਟਸ ਵਾਸਤੇ ਤੇ ਪੈਨਿਕ ਕਰਨ ਤੋਂ ਪਹਿਲਾਂ ਵੇਖਣ ਆਪਣੇ ਆਲੇ ਦੁਆਲੇ, ਆਪਣੇ ਜਿਹੜੇ ਆਪਣਾ ਉਹਨਾਂ ਦਾ ਘਰ ਦਾ ਮਾਹੌਲ ਹੈ, ਉਹਦੇ ਵਿੱਚੋਂ ਕਿੰਨਿਆਂ ਕੋਈ ਇੰਜੈਕਸ਼ਨ ਲੱਗੇ ਕਿ ਨਹੀਂ ਲੱਗੇ, ਪਹਿਲਾਂ ਤਾਂ ਉਹ ਵੇਖਣ। ਫਿਰ ਕਿਉਂਕਿ ਮੋਸਟਲੀ ਜਿਸ ਤਰ੍ਹਾਂ ਜਿਹੜੇ ਏਰੀਏ ਵਿੱਚ ਅਸੀਂ ਵਸਦੇ ਹਾਂ, ਸਰੀ ਦੇ ਵਿੱਚ ਜਾਂ ਫਰੇਜ਼ਰ ਹੈਲਥ ਦੇ ਵਿੱਚ, ਮੋਸਟਲੀ ਸਾਨੂੰ ਉਹਨਾਂ ਸਕੂਲਾਂ ਵਿੱਚ ਪੇਰੈਂਟਸ ਨੂੰ ਅਤੇ ਜਿਹੜੇ ਟੀਚਰਸ ਨੂੰ ਆਪਣੇ ਬੱਚਿਆਂ ਦੇ ਥਰੂ ਪਤਾ ਵੀ ਤੁਹਾਡੇ ਇੰਜੈਕਸ਼ਨ ਲੱਗੇ ਕਿ ਨਹੀਂ ਲੱਗੇ। ਅਤੇ ਉਹਦੇ ਨਾਲ ਨਾ ਤੁਹਾਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਤੁਹਾਡਾ ਵੱਧ ਜਾਂਦਾ। ਪਰ ਜੇ ਤੁਸੀਂ ਸੋਚੋ ਵੀ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਜਾਣ ਦੇਣਾ, ਅਤੇ ਉਹਨਾਂ ਨੂੰ ਉਹਦੇ ਬੜਾ ਅਸਰ ਪੈਣਾ, ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਔਨਲਾਈਨ ਜਿਹੜੀ ਲਰਨਿੰਗ ਹੈ ਉਹ ਠੀਕ ਹੈ, ਪਰ ਜਿਹੜੀ ਉਹਨਾਂ ਦੀ ਇੱਕ ਦੂਜੇ ਨਾਲ ਇੰਟਰੈਕਸ਼ਨ ਹੈ, ਸੋਸ਼ਲ ਐਕਟੀਵਿਟੀ ਹੈ, ਜਾਂ ਉਹਨਾਂ ਦੇ ਉਹਨਾਂ ਦਾ ਮਾਈਂਡ ਗਰੋ ਹੋਣਾ, ਲੋਕਾਂ ਨਾਲ ਗੱਲਬਾਤ ਕਰਕੇ, ਕਲਾਸ ਦੇ ਵਿੱਚ ਬਹਿ ਕੇ ਇੱਕ ਦੂਜੇ ਨਾਲ ਸਿੱਖ ਕੇ, ਆਪਣੇ ਟੀਚਰ ਨੂੰ ਫਿਜ਼ੀਕਲੀ ਮਿਲ ਕੇ, ਉਹ ਸਾਰੀਆਂ ਗੱਲਾਂ ਦਾ ਅਸਰ ਪੈਣਾ। ਕਿਉਂਕਿ ਹਫ਼ਤੇ 2 ਹਫ਼ਤੇ ਦੀ ਗੱਲ ਤਾਂ ਹੈ ਨਹੀਂ, 2 ਸਾਲ ਆਲਰੇਡੀ ਪਹਿਲਾਂ ਹੋ ਚੁੱਕਾ। ਸੋ ਬਾਟਮ ਲਾਈਨ ਹੈ ਵੀ ਜਿਹੜੀ ਤੁਹਾਨੂੰ ਵੈਕਸੀਨੇਸ਼ਨ ਤੁਹਾਡੇ ਬੱਚਿਆਂ ਨੂੰ 5 ਤੇ 11 ਸਾਲ ਦੇ ਵਿੱਚ ਜਿਹੜੀ ਤੁਹਾਨੂੰ ਇਨਵੀਟੇਸ਼ਨ ਆਈ ਹੈ, ਅਪਾਇੰਟਮੈਂਟ ਬਣਾ ਕੇ ਇੰਜੈਕਸ਼ਨ ਲਵਾਓ। ਉਹਦੇ ਨਾਲ ਉਹਦੀ ਡੋਜ਼ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਐਡਜਸਟ ਕੀਤੀ ਹੈ। ਸੇਮ ਜਿਹੜੀ ਆ ਉਹ ਜਿਹੜੇ ਵੈਕਸੀਨੇਸ਼ਨ ਨੇ ਜਿਹੜੇ ਅਡਲਟਸ ਵਾਸਤੇ ਨੇ, ਉਹੀ ਬੱਚਿਆਂ ਵਾਸਤੇ ਨੇ। ਤਾਂ ਉਹਦੇ ਵਿੱਚੋਂ ਇੱਕੋ ਹੀ ਕੀਤਾ ਵੀ ਡੋਜ਼ ਐਡਜਸਟ ਕਰਨੀ ਹੈ। ਸੋ ਇਹ ਦੁਨੀਆ ਦੇ ਵਿੱਚ ਬਿਲੀਅਨਸ ਆਫ ਲੋਕਾਂ 'ਤੇ ਜਿਹੜੇ ਇੰਜੈਕਸ਼ਨ ਆਲਰੇਡੀ ਲੱਗੇ ਨੇ, ਬਿਲੀਅਨਸ ਆਫ ਡੋਜ਼ਸ ਕਰ ਚੁੱਕੇ ਨੇ ਯੂਜ਼। ਪਰ ਕਈ ਕੰਟਰੀ ਨੇ, ਮੈਂ ਉਹਨਾਂ ਦੀ ਗੱਲ ਬਾਅਦ 'ਚ ਕਰਾਂਗਾ, ਜਿੱਥੇ ਵੈਕਸੀਨੇਸ਼ਨ ਦਾ ਰੇਟ, ਜਿੱਦਾਂ ਕੈਨੇਡਾ 85 ਤੋਂ ਉੱਪਰ ਹੈ, ਕਈ ਕੰਟਰੀ ਉਹਨਾਂ ਦਾ 30-40 ਤੋਂ ਥੱਲੇ, ਕਈਆਂ ਦਾ 10 ਦੇ ਨੇੜੇ। ਸੋ ਇਹ ਸਾਰੀ ਜਿਹੜੀ ਅਨਈਕੁਅਲ ਡਿਸਟਰੀਬਿਊਸ਼ਨ ਹੈ ਨਾ ਦੁਨੀਆ ਦੇ ਵਿੱਚ ਵੈਲਥ ਦੀ ਜਾਂ ਰਿਸੋਰਸਿਸ ਦੀ, ਉਹਦੇ ਬਾਰੇ ਸਾਰੇ ਗੱਲ ਨਹੀਂ ਕਰਦੇ ਖੁੱਲ੍ਹ ਕੇ, ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਪਹਿਲਾਂ ਮੈਂ ਆਪਣੇ ਘਰ ਦਾ ਸੋਚਾਂ, ਪਹਿਲਾਂ ਆਪਣੀ ਫੈਮਿਲੀ ਦਾ, ਫਿਰ ਮੈਂ ਆਪਣੀ ਐਕਸਟੈਂਡਡ ਫੈਮਿਲੀ ਦਾ, ਫਿਰ ਮੈਂ ਆਪਣੀ ਕਮਿਊਨਿਟੀ ਦਾ, ਫਿਰ ਆਪਣੇ ਪ੍ਰੋਵਿੰਸ ਦਾ।
ਚਲੋ ਉਹ ਤੇ ਠੀਕ ਹੈ, ਪਰ ਜੇ ਤੁਸੀਂ ਜੇ ਸਾਰੇ ਪ੍ਰੋਵਿੰਸ ਨੇ ਸਾਰੀ ਉਮਰ ਵੱਖਰੇ ਤਾਂ ਨਹੀਂ ਰਹਿਣਾ। ਉਹਦੇ ਨਾਲ ਹੁਣ ਤੁਸੀਂ ਜਿਵੇਂ ਡਿਸਟ੍ਰੀਬਿਊਸ਼ਨ ਦੀ ਗੱਲ ਕੀਤੀ ਹੈ ਕਿ ਅਨਇਕੁਅਲ ਡਿਸਟ੍ਰੀਬਿਊਸ਼ਨ ਆ ਪੂਰੇ ਵਰਲਡ ਦੇ ਵਿੱਚ। ਹੁਣ ਜਦੋਂ ਪੂਰੇ ਵਰਲਡ ਦੇ ਵਿੱਚ ਟੀਕੇ ਨਹੀਂ ਪਹੁੰਚ ਰਹੇ, ਤੁਹਾਨੂੰ ਕੀ ਲੱਗਦਾ ਇਹ ਕੋਵਿਡ ਜਾਣ ਦਾ ਉਹਨਾਂ ਪ੍ਰੋਸੈਸ ਲੰਬਾ ਹੋ ਰਿਹਾ ਕਿ ਜਿੰਨਾ ਚਿਰ ਸਾਰੇ ਲੋਕਾਂ ਨੂੰ, ਪੂਰੀ ਦੁਨੀਆ ਨੂੰ ਵੈਕਸੀਨੇਸ਼ਨ ਨਹੀਂ ਲੱਗਦੀ, ਉਨਾ ਚਿਰ ਅਸੀਂ ਪੂਰੀ ਤਰ੍ਹਾਂ ਕੋਵਿਡ ਪ੍ਰੂਫ ਨਹੀਂ ਹੋ ਸਕਦੇ? ਦੇਖੋ ਇਹ ਤੇ ਬੜਾ ਕਾਮਨ ਨੌਲੇਜ ਹੈ ਕਿ ਦੁਨੀਆ ਦੇ ਵਿੱਚ ਜੇ ਕੋਈ 9.8 ਬਿਲੀਅਨ ਲੋਕ ਨੇ ਤੇ ਨਾਰਥ ਅਮਰੀਕਾ ਇਕੱਲੇ ਵਿੱਚ ਤੇ ਕੰਟਰੋਲ ਕਰਨਾ ਗੱਲ ਨਹੀਂ ਬਣਨੀ, ਨਾ ਹੀ ਏਸ਼ੀਆ ਵਿੱਚ ਇਕੱਲੇ ਬਣਨੀ, ਨਾ ਹੀ ਮਿਡਲ ਈਸਟ ਦੇ ਵਿੱਚ। ਅਫਰੀਕਾ ਦੇ ਵਿੱਚ ਕਈ ਕੰਟਰੀ ਨੇ, ਉਹਨਾਂ ਵਿੱਚ ਵੈਕਸੀਨੇਸ਼ਨ ਦਾ ਰੇਟ ਹੀ ਬੜਾ ਘੱਟ ਹੈ। ਇੱਕ ਦੋ ਜਗ੍ਹਾ ਤੇ ਵੈਕਸੀਨੇਸ਼ਨ ਪਹੁੰਚੇ ਸੀ, ਉਹ ਐਕਸਪਾਇਰੀ ਡੇਟ ਦੇ ਨੇੜੇ ਸਨ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਕਿਉਂਕਿ ਵੱਡੀਆਂ ਗੱਲਾਂ ਜਿਹੜੀਆਂ ਨਾ ਸਟੇਜਾਂ ਤੋਂ ਕਰਨੀਆਂ ਤੇ ਇਹ ਸ਼ੋਅ ਕਰਨਾ ਵੀ ਅਸੀਂ ਦੂਜਿਆਂ ਨਾਲੋਂ ਬੈਟਰ ਹਾਂ ਤੇ ਸਾਨੂੰ ਚਾਹੀਦਾ ਪਹਿਲਾਂ ਆਪਣੇ ਬਾਰੇ ਧਿਆਨ ਰੱਖੀਏ, ਉਹ ਗੱਲ ਇਹ ਪੈਂਡੈਮਿਕ ਦੇ ਵਿੱਚ ਨਹੀਂ ਗੱਲ ਬਣਨੀ। ਇਹ ਜਿਹੜੀ ਹੈ ਨਾ, ਇਹ ਜਿਹੜੀ ਬਿਮਾਰੀ ਹੈ, ਇਹ 300-400 ਮਿਲੀਅਨ ਬੰਦਾ ਟਰੈਵਲ ਕਰਦਾ ਪਰ ਈਅਰ। ਜਦੋਂ ਵੀ ਕਿਸੇ ਕੰਟਰੀ 'ਚੋਂ ਕੋਈ ਨਾ ਕੋਈ ਬੰਦਾ ਟਰੈਵਲ ਕਰੇਗਾ ਤੇ ਫੈਲਣੀ ਹੈ। ਹੁਣ ਸਾਡੇ ਸਾਹਮਣੇ ਬੜੀ ਗ੍ਰੇਟ ਐਗਜ਼ਾਮਪਲ ਹੈ ਕਿ ਬੜੀ ਤਾਜ਼ਾ ਐਗਜ਼ਾਮਪਲ ਹੈ ਵੀ ਓਮੀਕਰੋਨ ਦੀ, ਜਿੱਥੋਂ ਜਿਹੜੇ ਕੰਟਰੀ 'ਚੋਂ ਚੱਲਿਆ ਉਹਨਾਂ ਨੇ ਫਟਾਫਟ ਇਹਨੂੰ ਰੈਕੋਗਨਾਈਜ਼ ਕਰਕੇ ਇਹਦੀ ਜਿਹੜੀ ਨਾ ਪ੍ਰੋਪਰ ਸਾਰਿਆਂ ਨੂੰ ਇਨਫੋਰਮ ਕੀਤਾ। ਇਨਫੋਰਮੇਸ਼ਨ ਤੋਂ ਬਾਅਦ ਜਿਹੜੀ ਇਹਨਾਂ ਸਾਰਿਆਂ ਨੇ ਉਹਨੂੰ ਰੋਕਥਾਮ ਕਰਨ ਦੇ ਵਿੱਚ ਗੱਲ ਪੂਰਾ ਹਿੰਮਤ ਕੀਤੀ। ਪਰ ਨਾਲ ਇਹ ਵੀ ਦੇਖੋ ਵੀ ਉਹ ਜਿਹੜੀ ਵਾਇਰਸ ਹੈ ਬੜੀ, ਉਹਦਾ ਇਨਕੂਬੇਸ਼ਨ ਪੀਰੀਅਡ ਬੜਾ ਥੋੜ੍ਹਾ, ਉਹ ਬੜੀ ਜਲਦੀ ਉਹ ਫੈਲਦਾ, ਬੜੇ ਅੱਗੇ ਬੜੀ ਉਹਦੀ ਜਿਹੜੀ ਹੈ ਨਾ ਉਹਦੀ ਟਰਾਂਸਮਿਸ਼ਨ ਰੇਟ ਬਹੁਤ ਤੇਜ਼ ਹੈ। ਟਰਾਂਸਮਿਸ਼ਨ ਰੇਟ ਤੇਜ਼ ਹੋਣ ਕਰਕੇ ਹੀ ਇਹ ਪ੍ਰੋਬਲਮ ਵੱਧਦੀਆਂ ਪਈਆਂ। ਜਸਟ ਰਿਮੈਂਬਰ ਵੀ ਆਪਾਂ ਜਦੋਂ ਮੇਰੇ ਖਿਆਲ ਮਹੀਨਾ 4 ਹਫ਼ਤੇ ਪਹਿਲਾਂ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਇਹਦਾ ਟਰਾਂਸਮਿਸ਼ਨ ਬੜੀ ਫਾਸਟ ਹੋਣਾ ਤੇ ਜਿਹੜੇ ਇੱਕ ਜਗ੍ਹਾ ਤੋਂ ਇੱਕ ਕੇਸ ਤੋਂ 5 ਤੋਂ 25 ਤੋਂ 625 ਸਮਥਿੰਗ ਲਾਈਕ ਦੈਟ, ਜਿਹੜਾ ਇਹਦਾ ਮਾਡਲਿੰਗ ਹੈ ਨਾ ਸਾਰੀ, ਉਹ ਬੜੇ ਤਰੀਕੇ ਨਾਲ ਐਕਸਪਲੇਨ ਕੀਤੀ। ਕਈਆਂ 'ਤੇ ਯਕੀਨ ਨਹੀਂ ਕੀਤਾ, ਉਹਨਾਂ ਕਿਹਾ ਵੀ ਐਵੇਂ ਬੋਲੀ ਜਾਂਦੇ ਨੇ ਫਾਲਤੂ, ਜਾਂ ਦੁਨੀਆ ਦੇ ਵਿੱਚ ਲੋਕ ਕਿਤੇ ਐਵੇਂ ਕਰੀ ਜਾਂਦੇ ਨੇ ਜੀ ਇਹ ਸਾਡੀ ਬਾਡੀ ਨੂੰ ਵੀਕ ਕਰਦਾ ਪਿਆ, ਵੈਕਸੀਨੇਸ਼ਨ ਠੀਕ ਨਹੀਂ ਹੈਗਾ, ਇਹ ਕੋਈ ਕਿਸੇ ਕਿਸਮ ਦਾ ਕੋਈ ਫਰਾਡ ਹੈ, ਜਾਂ ਕਿਸੇ ਨੇ ਕਹਾਣੀ ਬਣਾਈ ਹੈ, ਜਾਂ ਕੰਪਨੀਆਂ ਇਨਵਾਲਵ ਨੇ, ਜਾਂ ਜਿਨ੍ਹਾਂ ਨੇ ਪੈਸੇ ਬਣਾਉਣੇ ਨੇ ਉਹ ਕਰਦੇ ਪਏ ਨੇ। ਸਾਰੀਆਂ ਗੱਲਾਂ ਪਿੱਛੇ ਸੁੱਟ ਕੇ ਸਾਰਿਆਂ ਨੇ ਦੁਨੀਆ ਦੇ ਵਿੱਚ WHO ਨੇ ਬੜਾ ਹੁਣ ਰੀਸੈਂਟਲੀ ਉਹਨਾਂ ਦਾ ਰੋਲ ਬੜਾ ਚੰਗਾ ਰਿਹਾ ਕਿ ਉਹਨਾਂ ਨੇ ਲੋਕਾਂ ਨੂੰ ਐਕਸਪਲੇਨ ਕੀਤਾ ਵੀ ਹੈ ਕੀ ਚੀਜ਼ ਹੈ, ਕੀ ਪ੍ਰੋਬਲਮ ਹੈ। ਕੰਟਰੀਆਂ ਨੂੰ ਉਹਨਾਂ ਨੇ ਬੜੀ ਪਲੀ ਕੀਤੀ ਹੈ ਵੀ ਸਾਰਿਆਂ ਦੀ ਹੈਲਪ ਕਰੋ, ਪਰ ਜਾਪਦਾ ਵੀ ਇਸ ਟਾਈਮ 'ਤੇ ਅਜੇ ਵੀ ਜਿਹੜਾ ਨਾ ਉਹਨਾਂ ਦਾ ਜਿਹੜਾ ਲੈਵਲ ਹੈ ਇਮਿਊਨਾਈਜੇਸ਼ਨ ਦਾ ਉਸ ਜਗ੍ਹਾ 'ਤੇ ਨਹੀਂ ਪਹੁੰਚਿਆ ਜਿੱਥੇ ਹੋਣਾ ਚਾਹੀਦਾ ਸੀ। ਡਾਕਟਰ ਸਾਹਿਬ ਜਾਂਦੇ ਉਹਨਾਂ ਲੋਕਾਂ ਨੂੰ ਵੀ ਸਲਾਹ ਜਾਂ ਉਹਨਾਂ ਲੋਕਾਂ ਨੂੰ ਵੀ ਕੋਈ ਦੱਸ ਕੇ ਜਾਓ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹ ਲੋਕ ਜਿਹੜੇ ਬੜੇ ਸੁਹਿਰਦ ਨੇ, ਜਿਹੜੇ ਲੋਕ ਫੋਲੋ ਕਰਦੇ ਨੇ, ਇੰਸਟਰਕਸ਼ਨਸ ਫੋਲੋ ਕਰਦੇ ਨੇ, ਜੋ ਵੀ ਕਿਹਾ ਜਾਂਦਾ ਮੰਦੀਆਂ ਕਹਿੰਦੇ ਘਰੇ ਇਕੱਠ ਨਾ ਕਰੋ, ਘਰੇ ਇਕੱਠ ਨਹੀਂ ਕਰਦੇ। ਹੁਣ ਉਹਨਾਂ ਲੋਕਾਂ ਨੂੰ ਦੂਜੇ ਇੱਕ ਪਾਸੇ ਦੇ ਲੋਕਾਂ ਦੇ ਕਰਕੇ ਭੁਗਤਣਾ ਪੈ ਰਿਹਾ। ਉਹ ਲੋਕ ਜਿਹੜੇ ਪਾਰਟੀਆਂ ਵੀ ਕਰ ਰਹੇ ਨੇ, ਜਿਹੜੇ ਲੋਕ ਦੂਜੇ ਦੇ ਘਰਾਂ ਦੇ ਵਿੱਚ ਵੀ ਜਾ ਰਹੇ ਨੇ, ਕੰਮਾਂ ਦੇ ਵਿੱਚ ਵੀ ਜਾ ਰਹੇ ਨੇ। ਤੇ ਨਵੀਂ ਤਾਜ਼ਾ ਐਗਜ਼ਾਮਪਲ ਜਿਹੜੀ ਆ ਉਹ 에ਅਰਲਾਈਨ ਦੀ ਹੈ। ਪ੍ਰਧਾਨ ਮੰਤਰੀ ਨੇ ਵੀ ਐਂ ਕਿਹਾ ਕਿ ਸਲੈਪ ਔਨ ਦਾ ਫੇਸ ਹੈ। ਸੋ ਉਹ ਚੀਜ਼ ਜਿਹੜੇ ਇੱਕ ਗਰੁੱਪ ਜਿਹੜਾ ਨਹੀਂ ਮੰਨ ਰਿਹਾ ਤੇ ਇੱਕ ਗਰੁੱਪ ਜਿਹਨੂੰ ਭੁਗਤਣਾ ਪੈ ਰਿਹਾ ਉਹ ਮੰਨ ਰਿਹਾ, ਉਹ ਸਾਰੇ ਲੋਕਾਂ ਨੂੰ ਕੀ ਸਲਾਹ ਦਿਓਗੇ ਤੁਸੀਂ? ਦੇਖੋ ਇਹ ਜਿਹੜਾ ਨਾ ਆਜ਼ਾਦ ਮੁਲਕ ਹੈ, ਹਰ ਇੱਕ ਦਾ ਆਪਣਾ ਸੋਚਣ ਦਾ ਤਰੀਕਾ ਵੱਖਰਾ ਜੀ। ਹਰ ਇੱਕ ਇਨਸਾਨ ਜਿਹੜਾ ਨਾ ਆਪਣੇ ਹਿਸਾਬ ਨਾਲ ਸੋਚਦਾ। ਕਈ ਵਾਰੀ ਉਹਨਾਂ ਕੋਲ ਨੌਲੇਜ ਹੁੰਦਾ ਜਾਂ ਨਹੀਂ ਹੁੰਦਾ, ਉਹ ਇੱਕ ਲਾਈਨ ਫੜ ਕੇ ਉਸ ਲਾਈਨ ਦੇ ਲੀਕ ਤੇ ਫਕੀਰ ਹੀ ਬਣ ਜਾਂਦੇ, ਉਹ ਉੱਧਰ ਨਹੀਂ ਹੁੰਦੇ। ਤੁਸੀਂ ਕਿਸੇ ਨਾਲ, ਕਈ ਬੰਦੇ ਹੋਣਗੇ, ਤੁਸੀਂ ਉਹਨਾਂ ਨਾਲ ਗੱਲ ਕਰੋ, ਉਹਨਾਂ ਨੇ ਪੁੱਠੀ ਬਹਿਸ ਕਰਨੀ ਹੈ। ਉਹਨਾਂ ਨੇ ਆਪਣੇ ਮਨ ਦੇ ਵਿੱਚ ਇੱਕ ਬਣਾਇਆ ਵੀ ਮੈਂ ਇਹ ਗਲਤ ਹੈ ਜੀ ਕੰਮ, ਇਹ ਵੀ ਝੂਠ ਹੈ ਜੀ, ਇਹ ਜੀ ਵਾਇਰਸ ਪਤਾ ਨਹੀਂ ਕਿੱਥੋਂ ਆਈ ਹੈ, ਸਾਰਾ ਡਰਾਮਾ ਹੈ। ਕਈ ਗੱਲਾਂ ਜਿਹੜੀਆਂ ਉਹਨਾਂ ਨੇ ਮੁੜਨਾ ਨਹੀਂ। ਉਹਨਾਂ ਨਾਲ ਟਾਈਮ ਵੇਸਟ ਨਾ ਕਰੋ, ਕਿਉਂਕਿ ਉਹਨਾਂ ਨਾਲ ਟਾਈਮ ਵੇਸਟ ਕਰਨ ਦਾ ਇਹ ਮਤਲਬ ਹੈ ਤੁਸੀਂ ਆਪਣੇ ਆਪ ਨੂੰ ਨੁਕਸਾਨ ਕਰਦੇ ਪਿਓ। ਉਹਨਾਂ ਨੂੰ ਕਨਵਿੰਸ ਕਰੋ ਜਿਹੜੇ ਬਾਰਡਰ ਲਾਈਨ 'ਤੇ ਬੈਠੇ, ਜਿਹੜੇ ਸੁਣਨ ਲਈ ਤਿਆਰ ਨੇ, ਤੇ ਜਿਹੜੇ ਨਹੀਂ ਸੁਣਨ ਲਈ ਤਿਆਰ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਜਿਹੜਾ ਨਾ ਕੁਦਰਤ ਵੱਲੋਂ ਕਿਤੇ ਨਾ ਕਿਤੇ ਉਹਨਾਂ ਫਸ ਜਾਣਾ। ਫਿਰ ਜੇ ਕੋਈ ਫਸ ਜਾਂਦਾ ਤਾਂ ਉਹਨਾਂ ਦੀ ਇੰਟਰਵਿਊ ਦੇਖੋ, ਉਹਨਾਂ ਦੀ ਜਿਹੜੀ ਨਾ ਵੀਡੀਓਜ਼ ਵਾਚ ਕਰੋ ਵੀ ਕੀ ਹਾਲ ਹੁੰਦਾ। ਇਹ ਦੇਖੋ ਵੀ ਉਹਨਾਂ ਦੀ ਜਿਹੜੀ ਨਾ ਬਾਡੀ ਦੇ ਵਿੱਚ ਜਿਹੜਾ ਇਹ ਵਾਇਰਸ ਵੜ ਕੇ ਕਈਆਂ ਨੂੰ ਤਾਂ ਇੰਨਾ ਕਮਜ਼ੋਰ ਕਰ ਦਿੰਦਾ, ਮਹੀਨਾ 2 ਮਹੀਨੇ ਤੱਕ ਨਹੀਂ ਉਹਨਾਂ ਦੀ ਬਾਡੀ ਵਿੱਚ ਪੂਰੀ ਸਟਰੈਂਥ ਹੁੰਦੀ, ਉਹ ਟਰੈਵਲ ਨਹੀਂ ਕਰ ਸਕਦੇ, ਉਹਨਾਂ ਦਾ ਸਿਸਟਮ ਕੰਪਰੋਮਾਈਜ਼ ਹੋ ਜਾਂਦਾ। ਉਸ ਤੋਂ ਜਦੋਂ ਹਸਪੀਟਲ ਵਿੱਚ ਜਾ ਕੇ ਕਿੰਨੀ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ, ਫਿਰ ਹਸਪੀਟਲ ਕਿਸੇ ਨੂੰ ਮਿਲ ਨਹੀਂ ਸਕਦੇ। ਸੋ ਦੇਅਰ ਆਰ ਸੋ ਮੈਨੀ ਇਸ਼ੂਜ਼। ਪਰ ਇਹ ਹੈਗਾ ਵੀ ਜਿਹੜੇ ਲੋਕ ਇਹਨੂੰ ਓਪਨਲੀ ਐਂਡ ਓਨੈਸਟਲੀ ਨਹੀਂ ਡਿਸਕਸ ਕਰਦੇ ਤੇ ਸੁਣਨ ਲਈ ਨਹੀਂ ਤਿਆਰ, ਉਹਨਾਂ ਦਾ ਨੁਕਸਾਨ ਹੋਣਾ। ਪਰ ਫਿਰ ਵੀ ਚਾਹੀਦਾ ਕਿ
ਐਟਲੀਸਟ ਜਿਹੜੀ ਆਪਣੀ ਸਾਊਥ ਏਸ਼ੀਅਨ ਭਾਈਚਾਰਾ ਉਹਨਾਂ ਦਾ ਮੈਂ ਸਮਝਦਾ ਵੀ ਉਹਨਾਂ ਦੇ ਵਿੱਚੋਂ ਬਹੁਤ ਹੀ ਸਿਗਨੀਫੀਕੈਂਟ ਨੰਬਰ ਹੈਗਾ ਕਿ ਜਿਹੜਾ ਇਸ ਚੀਜ਼ ਬਿਲਕੁਲ ਯਕੀਨ ਰੱਖਦਾ ਕਿ ਵੈਕਸੀਨੇਸ਼ਨ ਲਓ। ਸਾਡੇ ਲੋਕਾਂ ਨੂੰ ਪਤਾ ਵੀ ਬਿਨਾਂ ਵੈਕਸੀਨੇਸ਼ਨ ਦਾ ਕੀ ਹਾਲ ਹੁੰਦਾ। ਇੱਕ ਟਾਈਮ ਸੀ ਵੀ ਟੈਟਨਸ ਦਾ ਜਿਹੜਾ ਵੈਕਸੀਨੇਸ਼ਨ ਉਹ ਵੀ ਨਹੀਂ ਸੀ ਲੋਕ ਲਵਾਉਂਦੇ ਲੰਬਾ ਸਮਾਂ ਪਹਿਲਾਂ, ਤੇ ਲੋਕਾਂ ਨੇ ਇੱਕ ਵਾਰੀ ਟੈਟਨਸ ਹੋਣਾ ਬਸ ਗਏ ਫਿਰ, ਕਿਉਂਕਿ ਉਹਦਾ ਇਲਾਜ ਬੜਾ ਘੱਟ ਹੁੰਦਾ ਸੀ। ਓਨਲੀ ਫਿਊ ਪਲੇਸਿਸ ਸਨ ਨਾਰਥ ਇੰਡੀਆ ਵਿੱਚ ਜਿੱਥੇ ਜਾ ਕੇ ਤੁਸੀਂ ਇਲਾਜ ਕੀ ਹੋਣਾ, ਤੁਹਾਨੂੰ ਵੈਂਟੀਲੇਸ਼ਨ ਦੀ ਜ਼ਰੂਰਤ ਪੈਣੀ ਹੈ, ਸਿਸਟਮ ਦੀ ਜ਼ਰੂਰਤ ਪੈਣੀ ਹੈ, ਫਿਰ ਤੁਹਾਨੂੰ ਕਈ ਤਰ੍ਹਾਂ ਦਾ ਤੁਹਾਨੂੰ ਟ੍ਰੀਟਮੈਂਟ ਕਰਨੀ ਪੈਣੀ, ਅਫੋਰਡ ਨਹੀਂ ਕਰ ਸਕਦੇ। ਲੋਕਾਂ ਨੇ ਉਹ ਚੇਂਜ ਕੀਤਾ, ਸਮਾਲ ਪੌਕਸ ਨੂੰ ਪਿੱਛੇ ਸੁੱਟ ਦਿੱਤਾ ਆਪਾਂ ਨੇ, ਕਿੰਨਾ ਖ਼ਤਮ ਕਰ ਦਿੱਤਾ ਵੈਕਸੀਨੇਸ਼ਨ ਨਾਲ ਹੀ ਹੋਇਆ। ਤੇ ਚਿਕਨ ਪੌਕਸ ਨੂੰ ਕੰਟਰੋਲ ਕਰਤਾ ਆਪਾਂ ਨੇ, ਹੈਪੇਟਾਈਟਸ ਬੀ ਤੇ ਉਹਦਾ ਕੰਟਰੋਲ ਕਰ ਲਿਆ, ਏ ਦਾ ਕਰ ਲਿਆ ਆਪਾਂ, ਮੈਨੇਜਾਈਟਿਸ ਦਾ ਕੰਟਰੋਲ ਕਰ ਲਿਆ। ਸੋ ਜਿਹੜੀ ਸਾਰੀ ਹਿਸਟਰੀ ਹੈ ਨਾ, ਇਹ ਸਾਡੀ ਜਿਹੜੀ ਬੜੀ ਸਟਰੋਂਗ ਹੈ। ਇਹ ਤਾਂ ਸਟਰੋਂਗ ਹੈ ਕਿਉਂਕਿ ਆਪਾਂ ਨੇ ਇਹ 'ਚ ਪਾਰਟੀਸਪੇਟ ਕੀਤਾ ਲੋਕਾਂ ਨੇ। ਉਹ ਪਾਰਟੀਸਪੇਟ ਕਰਕੇ ਤੇ ਆਪ ਜਿਹੜੇ ਇੱਥੇ ਲੋਕ ਨੇ ਯੂ ਵਿਲ ਬੀ ਵੈਰੀ ਸਰਪ੍ਰਾਈਜ਼ ਪੇ ਜਿਹੜੇ ਸੀਨੀਅਰ ਨੇ ਉਹ ਸਭ ਤੋਂ ਪਹਿਲਾਂ ਇੰਜੈਕਸ਼ਨ ਲਵਾਉਣ ਲਈ ਤਿਆਰ ਨੇ, ਕਿਉਂਕਿ ਉਹਨਾਂ ਨੂੰ ਸਮਝੇ ਪ੍ਰੋਬਲਮ ਉੱਥੇ ਹੁੰਦੀ ਹੈ ਜਿਹੜੇ ਥੋੜ੍ਹੀ ਜਿਹੀ ਛੋਟੀ ਉਮਰ ਦੇ ਨੇ, ਜਿਹੜੇ ਸਮਝਦੇ ਨੇ ਵੀ ਉਹਨਾਂ ਨੇ ਬਾਕੀਆਂ ਨਾਲ ਜ਼ਿਆਦਾ ਪੜ੍ਹਾਈ ਕਰ ਲਈ ਹੈ, ਕਿਸੇ ਕਿਸਮ ਦੀ ਉਹ ਪੜ੍ਹਾਈ ਕਰ ਲਈ ਹੈ ਵੀ ਜਿਹਦਾ ਕੋਈ ਬੇਸ ਨਹੀਂ ਹੈਗਾ, ਆਪਣੇ ਮਨ ਦੇ ਵਿੱਚ ਇੱਕ ਬਣਾ ਲਿਆ ਵੀ ਇਹ ਠੀਕ ਨਹੀਂ ਹੈਗਾ, ਤੇ ਫਿਰ ਤੁਸੀਂ ਉਹਨਾਂ ਨੂੰ ਕੀ ਸਮਝਾਉਣਾ। ਬਿਲਕੁਲ ਜੀ, ਧੰਨਵਾਦ ਤੁਹਾਡਾ। ਇੰਨੀ ਸਾਰੀ ਇਨਫੋਰਮੇਸ਼ਨ ਹਰ ਹਫਤੇ ਤੁਸੀਂ ਦਿੰਦੇ ਆ। ਅਗਲੇ ਹਫਤੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਅੱਜ ਜਿੱਦਾਂ ਡਾਕਟਰ ਚੀਮਾ ਨੇ ਕਿਹਾ ਕਿ ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਕੀ ਚਾਹੁੰਦੇ ਆ। ਤੁਸੀਂ ਚਾਹੁੰਦੇ ਆ ਕਿ ਅਸੀਂ ਅਗਲਾ ਫਿਊਚਰ ਜਿਹੜਾ ਹੈ ਉਹ ਬਹੁਤ ਬ੍ਰਾਈਟ ਹੋਵੇ। ਅਸੀਂ ਚਾਹੁੰਦੇ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਕਰੋਨਾ ਫ੍ਰੀ ਹੋ ਜਾਣ, ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹ ਐਗਜ਼ਾਮਪਲ ਸਾਡੇ ਤੋਂ ਲੈਣ ਕਿ ਜਿਹੜੀ ਵੈਕਸੀਨੇਸ਼ਨ ਆ ਉਹ ਮਸਟ ਹੈ, ਕਿਉਂਕਿ ਇਹ ਸਿਰਫ ਇਕੱਲਾ ਵਾਇਰਸ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦੁਨੀਆ ਨੇ ਵਾਇਰਸ ਨੂੰ ਫੇਸ ਕਰਨਾ ਤੇ ਉਹਦੇ ਲਈ ਵੈਕਸੀਨੇਸ਼ਨ ਵੀ ਬਣਨੀ ਹੈ ਤੇ ਉਹ ਵੈਕਸੀਨੇਸ਼ਨ ਲਗਵਾਉਣੀਆਂ ਵੀ ਪੈਣੀਆਂ। ਜਦੋਂ ਤੁਹਾਨੂੰ ਇਨਵੀਟੇਸ਼ਨ ਆਉਂਦਾ ਜ਼ਰੂਰ ਆਪਣੀ ਵੈਕਸੀਨੇਸ਼ਨ ਬੁੱਕ ਕਰਵਾਓ। ਪਹਿਲੀ ਡੋਜ਼ ਨਹੀਂ ਲਗਵਾਈ, ਪਹਿਲੀ ਡੋਜ਼ ਲਗਵਾਓ, ਦੂਜੀ ਨਹੀਂ ਲਗਵਾਈ, ਦੂਜੀ ਲਗਵਾਓ। ਜੇ ਬੂਸਟਰ ਡੋਜ਼ ਦੀ ਇਨਵੀਟੇਸ਼ਨ ਆਉਂਦੀ ਹੈ ਤਾਂ ਬੂਸਟਰ ਡੋਜ਼ ਜ਼ਰੂਰ ਲਗਵਾਓ। ਜੋ ਵੀ ਹੈਲਥ ਪ੍ਰੀਕਾਸ਼ਨਸ ਲੈਣ ਨੂੰ ਕਿਹਾ ਜਾ ਰਿਹਾ ਉਹ ਸਾਰੇ ਪ੍ਰੀਕਾਸ਼ਨਸ ਸਾਨੂੰ ਸਾਰਿਆਂ ਨੂੰ ਪਤਾ ਹੈ। ਮਾਸਕ ਲਾਉਣਾ, ਸਮਾਜਿਕ ਦੂਰੀ ਕਾਇਮ ਕਰਨੀ, ਸੈਨੀਟਾਈਜੇਸ਼ਨ ਕਰਨੀ, ਇਹ ਸਾਰੇ ਅਸੀਂ ਯੂਜ਼ ਟੂ ਹੋ ਚੁੱਕੇ ਹਾਂ। ਉਹਨੂੰ ਕਰਨਾ ਜਾਰੀ ਰੱਖੋ, ਫੋਲੋ ਕਰਦੇ ਰਹੋ ਤੇ ਇੱਕ ਦਿਨ ਅਸੀਂ ਜ਼ਰੂਰ ਪਹਿਲਾਂ ਵਾਂਗੂ 2019 ਤੋਂ ਪਹਿਲਾਂ ਵਾਲੀ ਜ਼ਿੰਦਗੀ ਦੇ ਵਿੱਚ ਜ਼ਰੂਰ ਵਾਪਸ ਆਵਾਂਗੇ। ਇਸੇ ਤਰ੍ਹਾਂ ਹੈਲਥ ਸ਼ੋਅ ਲੈ ਕੇ, ਇਨਫੋਰਮੇਸ਼ਨ ਲੈ ਕੇ ਤੁਹਾਡੇ ਤੱਕ ਆਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।